लेट अस स्टार्ट। ठीक, तो मैं ना ਹੁਣ ਤੱਕ ਇੱਥੇ ਕਿਹੜੇ ਸਵਾਲ ਇਕੱਠੇ ਕੀਤੇ ਨੇ ਕੰਪਲੈਕਸ ਨੰਬਰਸ ਦੇ 2016 ਵਾਲੀ ਭਰਤੀ ਦੇ, 2017 ਵਾਲੀ ਦੇ, ਫਿਰ ਆਈ ਥਿੰਕ 2021 ਵਾਲੀਆਂ ਦੋ ਨੇ, ਇੱਕ ਬੈਕਲੌਗ ਵਾਲੀ ਤੇ ਇੱਕ ਦੂਜੀ, ਤੇ 2022 ਵਾਲੀ ਜਿਹੜੀ 41 61 ਨੇ। ਠੀਕ, तो 5 ਪੇਪਰਾਂ ਦੇ ਨਾ ਕੰਪਲੈਕਸ ਨੰਬਰ 'ਚ ਟੋਟਲ 20 ਸਵਾਲ ਆਏ ਨੇ। ਠੀਕ ਹੈ ਨਾ, ਪੰਜਾਂ 'ਚ ਤਾਂ ਆਪਾਂ ਐਵਰੇਜ ਅਗਰ 4 ਵੀ ਮੰਨ ਲਈਏ ਤਾਂ ਬਹੁਤ ਹੈ। ਠੀਕ, तो एवरेज मिल हरेक पेपर च एवरेज कह रहे हैं 4 सवाल आ रहे ने, नॉट एग्जैक्टली 4। ठीक है, ਆਪਾਂ ਵੇਖ ਲਾਂਗੇ ਨਾਲ ਦੇ ਨਾਲ ਵੀ ਦੇਖਾਂਗੇ ਕਿਚ ਕਿੰਨੇ ਆਏ ਨੇ। ਅੱਛਾ ਜੀ, ਇਹ ਵੇਖੋ ਜ਼ਰਾ ਨਾ, ਇਹ ਸਵਾਲ ਆਇਆ ਹੈ, ਆਪਾਂ ਪਹਿਲਾਂ ਕਰ ਰਹੇ ਹਾਂ 2016 ਵਾਲੇ ਤੋਂ ਸ਼ੁਰੂ ਕਰ ਰਹੇ ਹਾਂ ਆਪਾਂ। ਠੀਕ, ਸਵਾਲ ਬਹੁਤ ਸੌਖਾ ਹੈ, ਸਕੁਅਰ ਰੂਟ ਪੁੱਛਿਆ ਇਸ ਨੰਬਰ ਦਾ ਕੀ ਆ, ਹੈਨਾ। ਤਾਂ ਆਪਾਂ ਕਿਹਾ ਸੀ ਕਿ ਜਦੋਂ ਵੀ ਸਕੁਅਰ ਰੂਟ ਸਾਨੂੰ ਲੱਭਣ ਲਈ ਆ ਜਾਵੇ ਨਾ ਪੇਪਰ 'ਚ, ਠੀਕ ਹੈ, ਇਹ ਸਵਾਲ ਬਹੁਤ ਵਾਰ ਰਿਪੀਟ ਹੋਇਆ, ਤਾਂ ਸਕੁਅਰ ਰੂਟ ਨਹੀਂ ਲੱਭਣਾ, ਆਪਾਂ ਆਪਸ਼ਨਸ ਦਾ ਸਕੁਅਰ ਲੱਭਣਾ ਹੈ। ਆਪਸ਼ਨਸ ਦਾ ਸਕੁਅਰ ਕਰ ਦੋ, ਜਿਹਦਾ ਵੀ ਆਨਸਰ 3 - 4 ਆਇਓਟਾ ਬਣ ਗਿਆ ਉਹ ਸਾਡਾ ਸਹੀ ਆਨਸਰ ਬਣੇਗਾ। ਆਬਵੀਅਸਲੀ ਸਾਡੇ ਕੋਲ ਮੈਥਡ ਹੈਗਾ ਹੈ ਸਕੁਅਰ ਰੂਟ ਲੱਭਣ ਦਾ। ਇੱਕ ਤੇ ਮੈਥਡ ਆਪਾਂ +1 'ਚ ਕੀਤਾ, ਇੱਕ ਉਹ ਵਾਲਾ ਹੈ, ਇੱਕ ਉਹ ਤੋਂ ਇਲਾਵਾ ਵੀ ਹੈਗਾ ਜਿਹੜਾ ਆਪਾਂ ਕਲਾਸ 'ਚ ਕੀਤਾ। ਠੀਕ, ਪਰ ਸਾਨੂੰ ਬਹੁਤ ਕੁਝ ਯਾਦ ਰੱਖਣਾ ਪੈਂਦਾ ਆਪਣੇ ਕੋਲ, ਤੇ ਪਰ ਆਪਾਂ ਕਿਹਾ ਸੀ ਜਦੋਂ ਵੀ MCQ ਆਵੇ ਸਾਡੇ ਕੋਲ ਕੰਪਲੈਕਸ ਨੰਬਰ ਦੇ ਸਕੁਅਰ ਰੂਟ ਲੱਭਣ ਦਾ, ਕੁਝ ਨਹੀਂ ਕਰਨਾ, ਆਪਸ਼ਨ ਚੱਕੋ, ਸਕੁਅਰ ਕਰ ਦੋ। ਪਹਿਲੀ ਆਪਸ਼ਨ ਵੇਖੋ ਬੇਟਾ ਕੀ ਆ, 2 - ਆਇਓਟਾ, ਇਹਦਾ ਕਰ ਦਿਓ ਸਕੁਅਰ, ਕਿੰਨਾ ਬਣ ਜਾਊਗਾ a ਸਕੁਅਰ ਪਲਸ ਆਇਓਟਾ ਸਕੁਅਰ ਦੈਟ ਇਜ਼ -1 ਤੇ -2 ਟਾਈਮਸ 2 ਆਇਓਟਾ, ਕਿੰਨਾ ਬਣ ਗਿਆ 4 - 1 3 - 4 ਆਇਓਟਾ। ਲਓ ਜੀ, ਪਹਿਲੀ ਆਪਸ਼ਨ ਹੀ ਆਨਸਰ ਬਣ ਗਈ। ਠੀਕ, ਪਹਿਲੀ ਆਪਸ਼ਨ ਹੀ ਆਨਸਰ ਬਣ ਗਈ। ਡਨ ਬੇਟਾ, ਈਜ਼ੀ। ਇਹਦਾ ਹੋ ਗਿਆ ਹੋਊਗਾ ਕਰਨਾ ਹੈ ਹੋਲ ਸਕੁਅਰ। ਹਾਂ ਬਿਲਕੁਲ ਸਕੁਅਰ ਬੇਟਾ, ਇਹ ਆਪਸ਼ਨ ਨੂੰ ਫੜੋ, ਇਹਦਾ ਸਕੁਅਰ ਕਰ ਦਿਓ, ਜਿਹਦਾ ਵੀ ਆਨਸਰ 3 - 4 ਆਇਓਟਾ ਆ ਜਾਏ ਉਹੀ ਸਾਡਾ ਸਕੁਅਰ ਰੂਟ। ਠੀਕ ਹੈ ਜੀ, ਯੈਸ। ਅੱਛਾ, ਆਪਣੇ ਕੋਲ ਇੱਕ ਹੋਰ ਤਰੀਕਾ ਹੁੰਦਾ, ਮੈਂ ਦੱਸਣ ਲੱਗਾ ਪਰ ਪੇਪਰ 'ਚੋਂ ਨਹੀਂ ਕਰਨਾ। ਠੀਕ, ਸਕੁਅਰ ਰੂਟ ਆਫ z ਇਜ਼ ਇਕੁਅਲ ਟੂ +- ਸਕੁਅਰ ਰੂਟ mod z plus real part of z by 2 plus iota mod z minus real part of z by 2। ਇਹ ਕੀਤਾ ਸੀ ਆਪਾਂ, ਪਰ ਇਹਦੀ ਲਿਮਿਟੇਸ਼ਨ ਹੁੰਦੀ ਹੈ, ਇਹ ਕਦੋਂ ਵਰਕ ਕਰਦਾ ਹੈ, when imaginary part of z is positive। ਠੀਕ, ਅਦਰਵਾਈਜ਼ ਵਰਕ ਨਹੀਂ ਕਰਦਾ, ਪਰ ਆਪਣਾ ਇੱਥੇ ਇਮੈਜਿਨਰੀ ਪਾਰਟ ਕਿੰਨਾ ਨੈਗੇਟਿਵ ਹੈ, ਉਹਦੇ ਲਈ ਬੇਟਾ ਫਿਰ ਸਾਡਾ ਫਾਰਮੂਲਾ ਕੀ ਹੁੰਦਾ ਹੈ, ਉਹ ਸਾਡਾ ਫਾਰਮੂਲਾ ਇਹ ਹੁੰਦਾ ਹੈ ਕਿ ਉਹਨੂੰ ਮਾਈਨਸ ਆਇਓਟਾ ਦੇ ਨਾਲ ਮਲਟੀਪਲਾਈ ਕਰ ਦਿਓ ਇਸੇ ਨੂੰ, ਜੇ ਇਦਾਂ ਹੋਵੇ ਤੇ ਫਿਰ ਇਹ ਹੁੰਦਾ ਹੈ। ਠੀਕ, तो ਇਹਨੂੰ ਨਹੀਂ ਯੂਜ਼ ਕਰਨਾ ਆਪਾਂ। ਠੀਕ, ਮੈਂ ਕਿਹਾ ਸੀ ਲਿਖ ਲਓ, ਪਰ ਪੇਪਰ 'ਚ ਅਗਰ ਸਕੁਅਰ ਰੂਟ ਆ ਰਿਹਾ ਸਾਨੂੰ ਇਦਾਂ ਦਾ ਤਾਂ ਆਪਾਂ ਯੂਜ਼ ਨਹੀਂ ਕਰਨਾ, ਇਹਨੂੰ ਦੱਸਿਆ ਸੀ ਆਪਾਂ। तो दैट्स वाई मैं ਇਹਨੂੰ ਮਿਟਾਉਣ ਲੱਗਾ ताकि बार-बार ਤੇ ਧਿਆਨ ਨਾ ਜਾਵੇ। ਠੀਕ, ਚਲੋ ਆਨਸਰ ਪਹਿਲਾ ਸਵਾਲ ਹੋ ਗਿਆ ਸਭ ਦਾ ਜੀ, 1 ਨੰਬਰ ਦਾ ਸਵਾਲ, 1 ਮਿੰਟ ਨਹੀਂ ਲੱਗਾ। ਅੱਛਾ, ਆਪਸ਼ਨ ਬੀ ਸਾਨੂੰ ਕੀ ਕਹਿੰਦੀ ਵੇਖੋ, ਸਵਾਲ ਪਹਿਲਾਂ ਸਵਾਲ ਪੜ੍ਹਦੇ ਹਨਾ, ਸੋਲੂਸ਼ਨ ਫਿਰ ਕਰਾਂਗੇ, ਪਹਿਲਾਂ ਰੀਡ ਕਰਦੇ ਹਾਂ ਸਟੇਟਮੈਂਟ ਚੰਗੀ ਤਰ੍ਹਾਂ ਕੀ ਆ। ਇਫ z is a non-zero complex number, z is what? z is non-zero complex number, z ਇੱਕ non-zero complex number ਹੈ, then number of solutions of equation z square plus mod z square। ਠੀਕ, ਦੇਖੋ ਹੋਰ ਤਰੀਕੇ ਸਾਡੇ ਕੋਲ ਬਹੁਤ ਨਹੀਂ ਕਰਨ ਦੇ, ਪਰ ਇੱਕ ਗੱਲ ਸਿੱਧੀ ਧਿਆਨ ਰੱਖੋ, ਜਦੋਂ ਵੀ ਸਾਨੂੰ ਇਕੁਏਸ਼ਨ ਕੁਝ ਆ ਜਾਏ ਨਾ ਇਦਾਂ ਦੀ, ਸਾਨੂੰ ਕੁਝ ਨਾ ਲੱਗੇ ਪਤਾ, ਤਾਂ z ਕੰਪਲੈਕਸ ਨੰਬਰ ਹੈ ਤਾਂ z ਨੂੰ x + ਆਇਓਟਾ y ਪੁੱਟ ਕਰ ਦੋ, ਹਮੇਸ਼ਾ ਹੀ ਕਰੋ ਸਭ ਤੋਂ ਪਹਿਲਾਂ, ਤੇ ਬਾਕੀ ਕੰਮ ਬਾਅਦ ਕਰਾਂਗੇ ਆਪਾਂ। ਬੇਟਾ ਗਿਵਨ ਇਕੁਏਸ਼ਨ ਕੀ ਆ, z ਸਕੁਅਰ plus mod z square equal to 0। ਇਹ ਕਿੰਨਾ ਬਣ ਗਿਆ x plus iota y ਦਾ ਸਕੁਅਰ ਤੇ mod of x plus iota y ਦਾ ਸਕੁਅਰ equal to 0। ਅੱਛਾ ਬੇਟਾ ਇਹਦਾ ਸਕੁਅਰ ਕਿੰਨਾ ਆ ਗਿਆ, x ਸਕੁਅਰ minus y ਸਕੁਅਰ ਤੇ plus 2 iota xy। ਇਹਦਾ ਮੋਡ ਬੇਟਾ ਕਿੰਨਾ ਆ ਜਾਊਗਾ, ਇਹਦਾ ਮੋਡ ਹੋਣਾ x ਸਕੁਅਰ plus y ਸਕੁਅਰ equal to 0। ਅੱਛਾ, y ਸਕੁਅਰ ਨਾਲ y ਸਕੁਅਰ ਕੈਂਸਲ ਹੋ ਗਿਆ, ਸਾਡੇ ਕੋਲ ਬਚ ਗਿਆ ਕਿ x ਸਕੁਅਰ 2x ਸਕੁਅਰ ਪਲੱਸ 2 ਆਇਓਟਾ xy equal to 0। ਬੇਟਾ 0 ਦਾ ਮਤਲਬ ਕੀ ਹੈ, ਜ਼ੀਰੋ ਕੰਪਲੈਕਸ ਨੰਬਰ। ਜ਼ੀਰੋ ਕੰਪਲੈਕਸ ਨੰਬਰ ਮਤਲਬ ਰੀਅਲ ਪਾਰਟ ਵੀ 0 ਤੇ
ਇਮੈਜਨਰੀ ਪਾਰਟ ਵੀ 0। ਇਥੋਂ 2 ਨੂੰ ਜ਼ਰਾ ਖਤਮ ਕਰ ਦਈਏ ਆਪਾਂ, ਕਿੰਨਾ ਬਣ ਗਿਆ 2 ਛੱਡ ਦਿਓ ਬਾਹਰ x ਇਨਟੂ ਲੋ ਰਹਿਣ ਦਿਓ ਇੱਥੇ ਇਦਾਂ ਬਣ ਗਿਆ ਸਾਡੇ ਕੋਲ x ਇਨਟੂ x ਪਲਸ ਆਇਓਟਾ y ਇਕੁਅਲ ਟੂ 0। ਹੁਣ ਦੇਖੋ ਜਾਂ ਤੇ x 0 ਹੋਊਗਾ ਜਾਂ ਫਿਰ ਪੂਰਾ ਕੀ ਹੋਊਗਾ x ਪਲਸ ਆਇਓਟਾ y 0। ਪਰ ਜੇ x ਪਲਸ ਆਇਓਟਾ y 0 ਹੋ ਗਿਆ ਤਾਂ ਮਤਲਬ z ਇਕੁਅਲ ਟੂ 0 ਹੋ ਗਿਆ। ਪਰ ਸਾਨੂੰ ਕੀ ਗਿਵਨ ਆ, ਸਾਨੂੰ ਇਹ ਗਿਵਨ ਆ ਕਿ z ਕੀ ਆ ਨਾਨ ਜ਼ੀਰੋ ਕੰਪਲੈਕਸ ਨੰਬਰ। ਇਹ ਤਾਂ ਨਹੀਂ ਪੋਸੀਬਲ। ਇਟ ਮੀਨਸ ਇਹਦੇ ਵਿੱਚ ਕੁਝ ਨਹੀਂ ਆ, ਸਿਰਫ x 0 ਹੋਣਾ ਹੈ। ਅਗਰ x 0 ਆ ਤੇ z ਕਾਦੇ ਬਰਾਬਰ ਆ ਗਿਆ ਆਇਓਟਾ y ਦੇ ਉੱਪਰ, ਤੇ y ਤੇ ਕੋਈ ਰਿਸਟ੍ਰਿਕਸ਼ਨ ਨਹੀਂ ਆਈ, y ਜੋ ਮਰਜ਼ੀ ਹੋ ਜਾਵੇ। ਤੇ ਇਟ ਮੀਨਸ y ਦੀਆਂ ਜਿੰਨੀਆਂ ਮਰਜ਼ੀ ਵੈਲਿਊਜ਼ ਆਈ ਜਾਣ ਸੋਲੂਸ਼ਨ ਇਹ ਹੋਊਗਾ। ਤਾਂ y ਦੀਆਂ ਕਾਤੇ ਡਿਪੈਂਡ ਕਰੂਗਾ ਹੁਣ z y ਦੀਆਂ ਵੈਲਿਊਜ਼ ਤੇ y ਦੀਆਂ ਵੈਲਿਊਜ਼ ਜਿੰਨੀਆਂ ਮਰਜ਼ੀ ਹੋ ਸਕਦੀਆਂ ਨੇ ਬਿਕੋਜ਼ ਉਹਦੇ ਕੰਡੀਸ਼ਨ ਆਈ ਕੋਈ ਨਹੀਂ, ਸੋ ਇਨਫਿਨਿਟਲੀ ਮੈਨੀ। ਇੱਕ ਤੇ ਠੀਕ। ਦੂਜੀ ਗੱਲ ਵੇਖੋ, ਜੇ ਤੁਸੀਂ ਧਿਆਨ ਨਾਲ ਵੇਖੋਗੇ ਨਾ ਇੱਥੇ ਬੇਟਾ ਕੁਝ ਨਾ ਕਰੋ, ਆਇਓਟਾ ਪੁੱਟ ਕਰਕੇ ਵੇਖੋ z ਨੂੰ ਆਇਓਟਾ ਪੁੱਟ ਕੀਤਾ ਕਿੰਨਾ ਹੋ ਗਿਆ ਆਇਓਟਾ ਸਕੁਅਰ ਪਲਸ ਆਇਓਟੇ ਦਾ ਮੋਡ ਦਾ ਸਕੁਅਰ, ਆਇਓਟਾ ਸਕੁਅਰ -1 ਆਇਓਟਾ ਦਾ ਮੋਡ 1 ਇਕੁਅਲ ਟੂ 0। ਫਿਰ 2 ਆਇਓਟਾ ਵੀ ਪੁੱਟ ਕਰਕੇ ਵੇਖ ਲਓ, ਉਹ ਵੀ ਸੋਲੂਸ਼ਨ ਬਣ ਜਾਣਾ। 3 ਆਇਓਟਾ ਵੀ ਕਰਕੇ ਵੇਖ ਲਓ, ਵੀ ਬਣ ਜਾਣਾ। 4 ਆਇਓਟਾ ਵੀ ਬਣ ਜਾਣਾ, 5 ਆਇਓਟਾ ਵੀ ਬਣ ਜਾਣਾ। ਤਾਂ ਫਿਰ ਇਟ ਮੀਨਸ ਕਿੰਨੇ ਬਣ ਰਹੇ ਆ ਇਨਫਿਨਿਟਲੀ ਮੈਨੀ। ਉਹੀ ਹੈ ਬੇਸਿਕਲੀ z ਇਜ਼ ਇਕੁਅਲ ਟੂ iota alpha where alpha is not equal to 0 because ਉਹਨੇ ਕਿਹਾ z should be non-zero complex number। ਇਹ ਸਵਾਲ ਹੋ ਗਿਆ ਬੇਟਾ ਸਭ ਦਾ। ਬਹੁਤ ਸੌਖਾ ਸਵਾਲ ਹੈ, 2 ਵਾਰੀ ਆਇਆ ਪੇਪਰ 'ਚ, ਕੰਸੈਕਟਿਵ ਪੇਪਰ 'ਚ ਆਇਆ 2 ਵਾਰ। ਡਨ एवरीवन? यस सर। ਚਲੋ ਜੀ 2016 ਚ ਬਸ 2 ਸਵਾਲ ਹੀ ਆਏ ਸੀ ਕੰਪਲੈਕਸ ਨੰਬਰ ਦੇ ਵਿੱਚੋਂ, ਠੀਕ। ਫਿਰ 2017 ਚ ਪਹੁੰਚ ਗਏ ਆਪਾਂ। ਅੱਛਾ, ਕਹਿੰਦਾ z ਇਜ਼ ਕੰਪਲੈਕਸ ਨੰਬਰ ਇਦਾਂ ਦਾ ਹੈ, ਕਹਿੰਦਾ ਵੀ ਇਹ ਕੀ ਰਿਪਰੈਜ਼ੈਂਟ ਕਰਦਾ। ਮੈਂ ਕਿਹਾ ਆਪਾਂ ਨੂੰ ਅਗਰ ਕੰਪਲੈਕਸ ਇਕੁਏਸ਼ਨਸ ਨਹੀਂ ਨਾ ਪਤਾ ਲੱਗਦੀਆਂ ਕਿ ਇਹਦੇ ਕਿਹੜਾ ਕੀ ਨੋਟ ਕਰਦਾ ਕਿਹੜਾ ਕੀ ਨਹੀਂ ਕਰਦਾ, ਤੁਸੀਂ ਉਹ ਚ ਰਹਿਣਾ ਕਰਨਾ ਹੀ ਨਹੀਂ, ਤੁਸੀਂ ਹਮੇਸ਼ਾ ਉਹਨੂੰ ਕਾਰਟੇਜ਼ੀਅਨ ਚ ਕਨਵਰਟ ਕਰਨਾ ਹੈ, ਠੀਕ। ਪਰ ਜਦੋਂ ਵੀ ਸਾਡੇ ਕੋਲ ਮੋਡ z ਦੀ ਗੱਲ ਆ ਰਹੀ ਨਾ, ਠੀਕ, ਮੋਡ z ਦੀ ਜਗ੍ਹਾ ਮੋਡ z ਸਕੁਅਰ ਬਣਾਇਆ ਕਰੋ। ਦੇਖੋ ਬਿਕੋਜ਼ ਇੱਥੇ ਵੀ ਮੋਡ z ਸਕੁਅਰ ਸੀਗਾ ਤੇ ਕੰਮ ਸੌਖਾ ਹੋ ਗਿਆ, ਬਿਕੋਜ਼ ਮੋਡ ਸਕੁਅਰ ਨੂੰ ਆਪਾਂ ਲਿਖ ਸਕਦੇ ਹਾਂ z into z ਕੰਜੂਗੇਟ, ਠੀਕ। ਦੈਟਸ ਵਾਈ ਜਾਂ ਸਾਨੂੰ ਪਤਾ ਹੁੰਦਾ ਹੈ ਕਿ ਅਗਰ z ਇਜ਼ ਇਕੁਅਲ ਟੂ x ਪਲਸ ਆਇਓਟਾ y ਆ ਤੇ ਮੋਡ z ਦਾ ਸਕੁਅਰ ਕਾਦੇ ਬਰਾਬਰ ਹੋਊਗਾ x ਸਕੁਅਰ ਪਲਸ y ਸਕੁਅਰ। ਨਹੀਂ ਬਣਾਓਗੇ ਤੇ ਬਾਅਦ ਸਕੁਅਰਿੰਗ ਕਰ ਲੋਗੇ, ਕੋਈ ਫਰਕ ਨਹੀਂ ਪੈਣਾ ਐਡਾ। तो अगर इदां बेटा दोनों पास स्केयरिंग की कितना बन गया mod z plus 1 square is equal to 3 times mod z minus 1 square। मैं कह नहीं लगता पता z ਨੂੰ ਹਮੇਸ਼ਾ ਕੀ ਪੁੱਟ ਕਰ ਲੈਣਾ ਹੈ x plus iota y। z ਨੂੰ x plus iota y ਇੱਥੇ ਪੁੱਟ ਕਰਾਂਗੇ, ਇਹ ਕਿੰਨਾ ਬਣ ਗਿਆ x plus iota y plus 1 ਦਾ ਸਕੁਅਰ is equal to 3 times x plus iota y minus 1 ਦਾ ਸਕੁਅਰ। ਹੁਣ ਦੇਖੋ ਬੇਟਾ ਕਿੰਨਾ ਬਣ ਗਿਆ, ਦਿਸ ਇਜ਼ x plus 1 plus iota y mod square is equal to 3 times x minus 1 plus iota y mod square। बेटा mod ਦਾ ਸਕੁਅਰ ਖੋਲਾਂਗੇ ਬਣ ਜਾਏਗਾ x plus 1 square plus y square is equal to 3 times x minus 1 square ਤੇ plus 3 times y square। ਠੀਕ ਇਹੀ ਬਣ ਗਿਆ। ਹੁਣ ਖੋਲੋ ਜ਼ਰਾ x square plus 2x plus 1 ਤੇ plus y square is equal to 3 times x square minus 2x plus 1 plus 3y square। x square plus y square plus 2x ਤੇ plus 1 is equal to 3x square plus 3y square minus 6x ਤੇ plus 3 equal to 0। 3x square minus x square 2x square 3y square minus y square 2y square minus 6x minus 2x minus 8x 3 minus 1 plus 2 equal to 0। ਦੇਖੋ ਜੀ ਕੀ ਬਣ ਰਿਹਾ ਹੁਣ x ਸਕੁਅਰ ਦਾ ਕੋਐਫੀਸ਼ੀਐਂਟ y ਸਕੁਅਰ ਦਾ ਕੋਐਫੀਸ਼ੀਐਂਟ ਬਰਾਬਰ ਹੈ, ਠੀਕ। ਤਾਂ ਫਿਰ ਕੀ ਬਣਨਾ ਹੈ ਸਰਕਲ ਹੀ ਬਣਨਾ ਹੈ। ਡਨ। ਬਾਕੀ ਤੁਹਾਨੂੰ ਕੰਡੀਸ਼ਨ ਤੁਹਾਨੂੰ ਪਤਾ ਹੀ ਹੈ, x ਸਕੁਅਰ ਦਾ ਤੇ y ਸਕੁਅਰ ਦਾ ਕੋਐਫੀਸ਼ੀਐਂਟ ਬਰਾਬਰ ਹੋਣਾ ਚਾਹੀਦਾ ਹੈ, g ਸਕੁਅਰ ਮਾਈਨਸ fc ਪੋਜ਼ਿਟਿਵ ਹੋਣਾ ਚਾਹੀਦਾ ਹੈ, ਚੈੱਕ ਕਰ ਸਕਦੇ ਹਾਂ ਆਪਾਂ। ਡਨ।
चेक कर लेना, फिर भी मैं चेक नहीं की इतने। 2 ਨਾਲ डिवाइड कर लो, कितना बन गया x² + y² - 4x + 1 = 0 हो जाएगा बेटा, तो हो ही गया आई थिंक। चलो जी, डन। चलो, हाँ जी सर। ਕਹਿੰਦਾ ਇਹ ਕੰਪਲੈਕਸ ਨੰਬਰ ਕਿਹੜੇ ਕੁਆਡਰੈਂਟਸ ਲਾਈ ਕਰਦਾ ਹੈ, ਬਹੁਤ ਬੱਚਿਆਂ ਵਾਲਾ ਸਵਾਲ ਹੈ। ਆਪਾਂ ਨੂੰ ਪਤਾ ਹੈ ਰੀਅਲ ਪਾਰਟ ਵੇਖਣਾ ਕੀ ਆ ਤੇ ਇਮੇਜਿਨਰੀ ਪਾਰਟ ਵੇਖਣਾ ਕੀ ਆ। ਜੇ ਦੋਨੋਂ ਪੋਜ਼ਿਟਿਵ ਫਸਟ ਕੁਆਡਰੈਂਟ, x ਨੈਗੇਟਿਵ ਆ, y ਪੋਜ਼ਿਟਿਵ ਆ ਤੇ ਸੈਕੰਡ ਕੁਆਡਰੈਂਟ, x y ਦੋਨੋਂ ਨੈਗੇਟਿਵ ਥਰਡ ਕੁਆਡਰੈਂਟ, x ਪੋਜ਼ਿਟਿਵ y ਨੈਗੇਟਿਵ ਤੇ ਫੋਰਥ ਕੁਆਡਰੈਂਟ। ਤੇ ਕੰਪਲੈਕਸ ਨੰਬਰ ਕੀ ਆ 1 + 2 iota by 1 - iota। ਡਿਨੋਮੀਨੇਟਰ ਖਤਮ ਕਰਨਾ ਹੈ ਬਸ ਆਪਾਂ, ਤੇ ਇਹਨੂੰ ਕੌਨਜੂਗੇਟ ਮਲਟੀਪਲਾਈ ਕਰ ਦਿਓ। ਇਹਦਾ ਕੌਨਜੂਗੇਟ ਕਿੰਨਾ ਹੁੰਦਾ ਹੈ 1 + iota 1 + iota। ਠੀਕ, ਇਹਨੂੰ ਵੇਖਣ ਦੀ ਲੋੜ ਹੀ ਕੋਈ ਨਹੀਂ ਹੁੰਦੀ, ਇਹ ਬਿਕੋਜ਼ ਹਮੇਸ਼ਾ ਪੋਜ਼ਿਟਿਵ ਹੀ ਬੰਨਾ ਹੁੰਦਾ ਵੈਸੇ। ਤੇ ਉੱਪਰ ਕਿੰਨਾ ਬਣ ਗਿਆ 1 + 2 iota into 1 - 1 + iota। ਨੀਚੇ ਕਿੰਨਾ ਬਣ ਗਿਆ 1² + -iota ਦਾ ਸਕੁਅਰ। ਕਿੰਨਾ ਬਣ ਗਿਆ 1 × 1 + iota + 2 iota ਤੇ -2 ਡਿਵਾਈਡਡ ਬਾय 2। तो कितना हो गया जी 1 - 2 -1 + 3 iota by 2 x नेगेटिव है जी ਤੇ y पॉजिटिव है, सो दिस इज सेकंड क्वाड्रेंट। ठीक बेटा, x नेगेटिव y पॉजिटिव ਤੇ ਕਿਹੜਾ ਬਣ ਗਿਆ सेकंड क्वाड्रेंट ਬਣ ਗਿਆ ਜੀ। हो गया बेटा सब दा डन। ਇੱਥੇ ਕਰਕੇ ਵੇਖ ਲਓ, ਨਹੀਂ ਲੱਗਦਾ ਪਤਾ। x नेगेटिव इधर लाई करेगा, y पॉजिटिव इधर लाई करेगा, तो ये वाला हिस्सा बन रहा, दिस इज सेकंड क्वाड्रेंट। चलो जी अगे फिर पंजवां सवाल बेटा 2017 वाला सेम सवाल है। ठीक, तो पिछे करके ਆਪਾਂ ਵੇਖੇ ਦੇ ਕਿੰਨੇ ਨੇ ਇਨਫਿਨਿਟਲੀ ਮੈਨੀ ਸੋਲੂਸ਼ਨਸ ਨੇ। ਅੱਗੇ ਇਹਦਾ ਮੋਡੂਲਸ ਕੱਢਣ ਤੋਂ ਪਹਿਲਾਂ ਨੂੰ a + iota b ਦੀ ਫਾਰਮ ਚ ਬਣਾਂਗੇ, ਫਿਰ ਹੀ ਮੋਡੂਲਸ ਕੱਢਾਂਗੇ ਆਪਾਂ। ਦੇਖੋ ਜਰਾ ਕੰਪਲੈਕਸ ਨੰਬਰ ਕਿੰਨਾ ਸਾਡਾ 1 + 2 iota ਡਿਵਾਈਡਡ ਬਾय 1। ਅੱਛਾ, ਇਹ ਬੇਟਾ ਇਹਦਾ ਸਕੁਅਰ ਖੋਲਾਂਗੇ 1 - iota ਦਾ ਸਕੁਅਰ 1² ਮਾਈਨਸ plus iota square which is -1 ਤੇ -2 iota। ਕਿੰਨਾ ਬਣ ਗਿਆ 1 - 1 0 ਤੇ ਕਿੰਨਾ ਹੋ ਗਿਆ -2 iota। तो कितना बन गया 1 + 2 iota डिवाइडेड बाय 1 + 2 iota। ਇਹਦੇ ਬਾਣੀ ਕਮ ਰੀਅਲ ਨੰਬਰ ਗਿਆ, ਕਿੰਨਾ ਬਣ ਗਿਆ 1 ਤੇ ਮੋਡੂਲਸ ਕਿੰਨਾ ਆ ਗਿਆ 1। ਇੱਕ ਨੰਬਰ ਸਵਾਲ ਸੀ ਪਰ ਅੱਧੇ ਮਿੰਟ ਦਾ ਸਵਾਲ ਨਹੀਂ ਹੈ। ਹੋ ਗਿਆ ਜੀ, ਇਹ ਹੋ ਗਿਆ बेटा। हाँ जी सर। चलो ਇਹ ਵੀ ਬਹੁਤ ਸੌਖਾ ਸਰ। ਮਲਟੀਪਲੀਕੇਟਿਵ ਇਨਵਰਸ ਪੁੱਛਿਆ, ਮਲਟੀਪਲੀਕੇਟਿਵ ਇਨਵਰਸ ਪੁੱਛਿਆ ਹੋਇਆ ਆਪਾਂ ਨੂੰ ਪਤਾ ਕੀ ਪੁੱਛਿਆ ਬੇਸਿਕਲੀ 1 + 7 1/7 + 24 iota ਪੁੱਛਿਆ। ਇਹਨੂੰ 7 - 24 iota ਨਾਲ ਮਲਟੀਪਲਾਈ ਕਰ ਦਿਓ, 7 - 24 iota ਨਾਲ ਡਿਵਾਈਡ ਕਰ ਦਿਓ। ਉੱਪਰ ਬਣ ਗਿਆ 7 - 24 iota, ਨੀਚੇ ਬਣ ਗਿਆ 7² + 24 ਸਕੁਅਰ। ਜਿੰਨਾ ਮਰਜ਼ੀ ਬਣਦਾ ਰਹੇ, ਇਹ ਬਣਨਾ 7 - 24 iota ਵਾਲੀ ਆਪਸ਼ਨ ਬੀ। ਠੀਕ, ਵੇਖੋ 2017 ਚ ਕੀ ਪੁੱਛਿਆ ਜਾ ਰਿਹਾ ਸੀ, ਬਿਲਕੁਲ ਬੇਸਿਕ। ਹੋ ਗਿਆ ਬੇਟਾ। यस सर। सवाल नंबर 2 ਵੇਖੋ ਅੱਗੇ, क्वेश्चन नंबर 8। तो 1 - iota डिवाइडेड बाय 1 + iota ਦੀ ਪਾਵਰ 100 ਪੁੱਛੀ। ਪਹਿਲਾਂ ਕੁਝ ਨਾ ਕਰੀਏ, ਅੰਦਰ ਵੇਖੀਏ ਟਰਮ ਹੈ ਕੀ ਨਾ। ਜਦੋਂ ਕੰਪਲੈਕਸ ਨੰਬਰ a + iota b ਦੀ ਫਾਰਮ ਚ ਹੋਊਗਾ, ਸਾਨੂੰ ਡੀਲ ਕਰਨਾ ਸੌਖਾ ਹੋਊਗਾ। तो बस डिनोमिनेटर खत्म करिए 1 - iota into 1 + iota 1 - iota ਨਾਲ ਮਲਟੀਪਲਾਈ ਕਰ ਦਿਓ ਤੇ 1 - iota ਨਾਲ ਡਿਵਾਈਡ ਕਰ ਦਿਓ। ਉੱਪਰ ਬਣ ਗਿਆ 1 - iota ਦਾ ਸਕੁਅਰ, ਨੀਚੇ ਬਣ ਗਿਆ 1² - iota ਸਕੁਅਰ। ਕਿੰਨਾ ਆ ਗਿਆ ਉਹਦੀ ਪਾਵਰ 100। ਉੱਪਰ ਬਣ ਗਿਆ 1 - iota ਸਕੁਅਰ ਬੇਟਾ 1² + iota ਸਕੁਅਰ which is -1 ਤੇ -2 iota डिवाइडेड बाय 1 iota ਸਕੁਅਰ -1 ਕਿੰਨਾ ਹੋ ਗਿਆ +1।
ਉਹਦੀ ਪਾਵਰ 100 ਇਹਨਾਂ ਇਹ ਕੈਂਸਲ ਹੋ ਗਿਆ ਸਾਡੇ ਕੋਲ ਬਣ ਗਿਆ -2 ਆਇਓਟਾ ਬਾਈ 2 ਉਹਦੀ ਪਾਵਰ 100 2 ਨਾਲ 2 ਕੈਂਸਲ ਨਾ ਗਿਆ -1 ਦੀ ਪਾਵਰ 100 ਬੇਟਾ ਮਾਈਨਸ ਆਇਓਟਾ ਦੀ ਪਾਵਰ 100 -1 ਦੀ ਪਾਵਰ 100 ਤੇ 1 ਨਹੀਂ ਹੋਣੀ ਕਿੰਨਾ ਬਚ ਗਿਆ 1 ਦੀ ਪਾਵਰ 100 ਹੁਣ ਦੇਖੋ 1 ਦੀ ਪਾਵਰ 100 ਕਿੰਨਾ ਬਣ ਲਿਖ ਲਾਂਗੇ 1 ਦੀ ਪਾਵਰ 4 ਆਇਓਟਾ ਬੇਟਾ ਆਇਓਟਾ ਦੀ ਪਾਵਰ 4 ਤੇ ਉਹਦੀ ਪਾਵਰ 25 ਆਇਓਟਾ ਦੀ ਪਾਵਰ 4 1 ਹੁੰਦੀ ਹੈ 1 ਦੀ ਪਾਵਰ 25 ਇਕੁਅਲ ਟੂ 1 ਆ ਗਈ ਠੀਕ ਹੋ ਗਿਆ ਸਭ ਦਾ ਜੀ हाँ जी ਚਲੋ ਕੁਐਸਚਨ ਨੰਬਰ ਅੱਛਾ ਇਹ ਬੇਟਾ ਅੱਜ ਤੱਕ ਸਵਾਲ ਹੋ ਗਏ ਸਾਡੇ ਕਿਹਦੇ 2017 ਦੇ 2016 ਤੱਕ ਸਿਰਫ ਬੇਟਾ 2 ਨੰਬਰ ਦਾ ਸਵਾਲ ਆਇਆ ਸੀ ਵੇਖੋ 2016 ਦੇ ਬਸ 2 ਸਵਾਲ ਆਏ ਨੇ 2 ਮਾਰਕਸ ਕੰਪਲੈਕਸ ਨੰਬਰ ਚੋਂ ਠੀਕ ਤੇ 17 ਚ 1 2 3 4 5 6 6 ਨੰਬਰ ਦਾ ਪੇਪਰ ਆਇਆ 2017 ਚ 2017 ਚ ਕਿੰਨਾ ਹੋ ਗਿਆ ਜੀ 6 ਮਾਰਕਸ ਚ ਕਿੰਨਾ ਹੋ ਗਿਆ 6 ਨੰਬਰ ਦਾ ਪੇਪਰ ਆਇਆ ਜੀ ਲੈ ਚਲਿਏ ਗਿਆ ਜੀ 2021 ਬੈਕਲੌਗ ਵਾਲਾ ਆਰਗੂਮੈਂਟ ਪੁੱਛਿਆ ਤਾਂ ਬੇਟਾ ਕਿੰਨਾ ਹੁੰਦਾ ਦੇਖੋ ਪਹਿਲਾਂ ਤਾਂ ਕੁਝ ਨਾ ਕਰੀਏ ਆਪਾਂ ਖਤਮ a + ਆਇਓਟਾ b ਦੀ ਫਾਰਮ ਚ ਲੈ ਕੇ ਇਹ ਆਰਗੂਮੈਂਟ ਬਾਅਦ ਚ ਕੱਢ ਹੀ ਲਵਾਂਗੇ ਕੋਈ ਏਡਾ ਔਖਾ ਕੰਮ ਤੇ ਰਹਿਣਾ ਹੀ ਨਹੀਂ ਠੀਕ ਉਹੀ ਕਰੋ ਜ਼ਰਾ ਇਹਨੂੰ ਕਰੋ ਖਤਮ ਕਰੋ ਇਹਨੂੰ 1 - ਆਇਓਟਾ √3 ਨਾਲ ਮਲਟੀਪਲਾਈ ਕਰੋ ਤੇ 1 - ਆਇਓਟਾ √3 ਨਾਲ ਡਿਵਾਈਡ ਵੀ ਕਰੋ ਇਹ ਸਾਡੇ ਕੋਲ ਬਣ ਜਾਏਗਾ ਇਟ ਬਿਕਮਸ ਉੱਪਰ ਬਣ ਗਿਆ 1 - ਆਇਓਟਾ √3 ਦਾ ਸਕੁਅਰ divided by 1 plus 1 square plus root ਦਾ square ਠੀਕ ਬਟਨ ਨਾਲ ਬਣ ਗਿਆ ਦੇਖੋ ਬੇਟਾ ਉੱਪਰ ਆ ਗਿਆ ਸਾਡੇ ਕੋਲ 1 ਸਕੁਅਰ ਖੋਲੀਏ a square plus iota √3 ਸਕੁਅਰ ਤੇ -2 iota √3 divided by 1 plus 3 ਬੇਟਾ ਕਿੰਨਾ ਹੋ ਗਿਆ 1 -3 plus 2 iota √3 divided by 4 1 - 3 ਕਿੰਨਾ ਹੋ ਗਿਆ -2 plus 2 iota √3 by 4 ਕਿੰਨਾ ਹੋ ਗਿਆ -1/2 ਠੀਕ ਤੇ ਪਲੱਸ 1/2 iota √3 ਠੀਕ ਆਰਗੂਮੈਂਟ ਕੱਢਣ ਤੋਂ ਪਹਿਲਾਂ ਆਪਾਂ ਪਹਿਲਾਂ ਕੁਝ ਆਈਡੀਆ ਲਾ ਲਈਏ ਕੀ ਬਣਦਾ ਬੇਟਾ x ਨੈਗੇਟਿਵ ਹੈ ਤੇ y ਪੋਜ਼ਿਟਿਵ ਹੈ ਇਟ ਮੀਨਸ ਕੰਪਲੈਕਸ ਨੰਬਰ ਸਾਡਾ ਕਿੱਥੇ ਲਾਈ ਕਰਦਾ ਹੈ ਸੈਕੰਡ ਕੁਆਡਰੈਂਟ ਚ ਲਾਈ ਕਰਦਾ ਹੈ ਇਟ ਲਾਈਜ਼ ਇਨ ਸੈਕੰਡ ਕੁਆਡਰੈਂਟ ਠੀਕ ਫਸਟ ਕੁਆਡਰੈਂਟ ਕੀ ਹੁੰਦਾ ਹੈ ਮਾਈਨਸ ਦੀ ਜਗ੍ਹਾ ਪਲੱਸ ਲਿਖਤਾ ਥਰਡ ਸਟੈਪ ਦੇ ਵਿੱਚ ਮਾਈਨਸ ਕਿੱਥੇ ਲਿਖਿਆ ਮੈਂ ਗਲਤ ਥਰਡ ਸਟੈਪ ਹਾਂ ਠੀਕ ਇੱਥੇ ਗਲਤੀ ਇਟ ਇਜ਼ ਮਾਈਨਸ ਹੀਅਰ ਇਹ ਫਿਰ ਇੱਥੇ ਵੀ ਮਾਈਨਸ ਆਊਗਾ ਸੋ x ਵੀ ਨੈਗੇਟਿਵ y ਵੀ ਨੈਗੇਟਿਵ ਇਟ ਇਜ਼ ਫੋਰਥ ਕੁਆਡਰੈਂਟ x ਵੀ ਨੈਗੇਟਿਵ ਹੈ y ਵੀ ਨੈਗੇਟਿਵ ਥਰਡ ਕੁਆਡਰੈਂਟ ਸੌਰੀ ਇਟ ਇਜ਼ ਥਰਡ ਕੁਆਡਰੈਂਟ ਦੇਖੀਏ ਕੀ ਕੈਂਸਲ ਹੁੰਦਾ ਬਾਕੀ ਇਹ ਬਾਅਦ ਵੇਖਾਂਗੇ ਪਹਿਲੇ ਕੁਆਡਰੈਂਟ ਚ ਕਿੰਨਾ ਹੁੰਦਾ ਬੇਟਾ 0 to 90 ਦੂਜੇ 90 to 180 ਤੀਜੇ 180 to 270 ਤੇ ਫਿਰ 270 to 360 ਜਿਹੜਾ 60 ਡਿਗਰੀ ਫਸਟ ਕੁਆਡਰੈਂਟ ਗਲਤ 120 ਸੈਕੰਡ ਕੁਆਡਰੈਂਟ ਗਲਤ ਤੋਂ ਦੋ ਆਪਸ਼ਨ ਬਚ ਗਈਆਂ ਇਹ ਸਾਨੂੰ ਵੇਖਣੀਆਂ ਪੈਣਗੀਆਂ ਦੇਖੋ ਹੁਣ ਕੀ ਬਣਦਾ ਕੱਢਣਾ ਹੈ ਆਪਾਂ ਥੀਟਾ ਕੱਢਦੇ ਨੇ ਪਹਿਲਾਂ ਆਪਾਂ ਥੀਟਾ ਕਿੱਦਾਂ ਕੱਢਦੇ ਆਪਾਂ tan ਇਨਵਰਸ ਮੋਡ ਕਿੰਨਾ ਆਏਗਾ √3/2 divided by 1/2 ਕਿੰਨਾ ਆ ਗਿਆ tan ਇਨਵਰਸ √3 ਹਾਂਜੀ tan ਇਨਵਰਸ √3 ਬੇਟਾ ਕਿੰਨਾ ਹੁੰਦਾ ਹੈ π/3
ਠੀਕ। ਹੁਣ ਦੇਖੋ ਹੈ ਬੇਟਾ ਕਿਹੜਾ ਥਰਡ ਕੁਆਡਰੈਂਟ ਹੈ। ਥਰਡ ਕੁਆਡਰੈਂਟ ਵਿੱਚ ਸਾਡਾ ਆਰਗੂਮੈਂਟ ਕੀ ਹੁੰਦਾ ਹੈ? ਆਰਗੂਮੈਂਟ ਆਫ z ਇਜ਼ ਇਕੁਅਲ ਟੂ ਮਾਈਨਸ ਪਾਈ प्लस थीटा। तो माइनस पाई प्लस पाई बाय 3 कितना हो गया? माइनस 3 पाई प्लस पाई बाय 3 कितना आ गया आंसर बेटा? माइनस 2 पाई बाय 3। ठीक। पर अगर ऑप्शन नहीं बच रही ना, ਤੁਸੀਂ ਕਿਸੇ ਵੀ ਟਾਈਮ ਤੇ 2 ਪਾਈ ਐਡ ਕਰ ਸਕਦੇ ਹੋ, ਬਿਕੋਜ਼ ਉਹਨੇ ਪ੍ਰਿੰਸੀਪਲ ਆਰਗੂਮੈਂਟ ਨਹੀਂ ਪੁੱਛਿਆ, ਉਹਨੇ ਸਾਨੂੰ ਆਰਗੂਮੈਂਟ ਪੁੱਛਿਆ ਹੈ। ਠੀਕ। ਆਰਗੂਮੈਂਟ ਦਾ ਆਪਾਂ ਕੱਢਦੇ ਹਾਂ। ਆਰਗੂਮੈਂਟ ਬੇਟਾ ਵਿੱਚ ਕੀ ਹੁੰਦਾ? 2k ਪਾਈ ਸਾਡਾ ਫੈਕਟਰ ਆਉਣਾ ਹੀ ਹੁੰਦਾ ਹਮੇਸ਼ਾ। ਅਗਰ ਆਨਸਰ ਨਹੀਂ ਮੈਚ ਕਰ ਰਿਹਾ ਆਪਸ਼ਨ ਨਾ, ਕਿਸੇ ਵੀ ਸਟੇਜ ਤੇ 2 ਪਾਈ ਜਾਂ ਐਡ ਵੀ ਕਰ ਸਕਦੇ ਆ, ਸਬਟ੍ਰੈਕਟ ਕਰ ਸਕਦੇ ਆ, ਮਲਟੀਪਲ ਵੀ ਐਡ ਕਰ ਸਕਦੇ ਆ, ਕੁਝ ਵੀ ਕਰ ਸਕਦੇ ਆ। ਇੱਥੇ ਜ਼ਰਾ 2 ਪਾਈ ਐਡ ਕਰਕੇ ਦੇਖੋ ਕਿੰਨਾ ਆਨਸਰ ਬਣਦਾ ਹੈ। ਦੇਖੋ ਕਿੰਨਾ ਆਏਗਾ। ਠੀਕ। ਇਟਸ ਮਾਈਨਸ 2 ਪਾਈ ਬਾय 3। ਇਹ 2 ਪਾਈ ਐਡ ਕਰਕੇ ਵੇਖ ਲਓ ਕਿੰਨਾ ਆ ਗਿਆ। 6 ਪਾਈ 4 ਪਾਈ ਬਾय 3। कैलकुलेट करो 4 पाई रेडियंस मतलब 180 डिग्री। कितना हो गया? 4 3 थे हो गया 60 डिग्रीज, तो कितना हो गया? 240 डिग्रीज। ऑप्शन डी इज द राइट आंसर। वैसे भी ना ਸਾਨੂੰ ਪਤਾ 210 ਡਿਗਰੀ ਸਾਨੂੰ ਪਤਾ ਹੀ ਨਹੀਂ ਇਹਦੀ ਵੈਲਿਊ ਕਿੰਨੀ ਹੁੰਦੀ ਹੈ, ਸਾਨੂੰ 240 ਹੀ ਪਤਾ ਕਿੰਨੀ ਹੋ ਸਕਦੀ ਹੈ। 240 ਹੀ ਆਨਸਰ ਹੋਣਾ ਸੀ ਇੱਥੇ, 210 ਦਾ ਤਾਂ ਚਾਂਸ ਹੀ ਨਹੀਂ ਬਣਦਾ। ਬੇਟਾ ਹੋ ਗਿਆ ਸਭ ਦਾ? हाँ जी सर। ਠੀਕ। ਜੋ ਬੈਕਲੌਗ ਵਾਲਾ ਪੇਪਰ ਥੋੜਾ ਚੈਲੰਜਿੰਗ ਸੀਗਾ, ਆਬਵੀਅਸਲੀ ਸਵਾਲ ਔਖਾ ਨਹੀਂ ਆ, ਬਟ ਇਟ ਟੇਕਸ ਟਾਈਮ। ਕਿਉਂਕਿ ਤੁਸੀਂ ਮੰਨ ਲਓ ਤੁਸੀਂ ਵੱਧ ਤੋਂ ਵੱਧ ਤੱਕ ਪਹੁੰਚ ਜਾਓਗੇ, ਇੱਥੇ ਅਗਰ ਤੁਸੀਂ ਫਿਰ ਕਨਫਿਊਜ਼ ਹੋ ਰਹਿਣਾ ਇਹ ਕੀ ਹੋ ਗਿਆ, ਆਨਸਰ ਤੇ ਬਣਿਆ ਨਹੀਂ। ਤੋ ਜਦੋਂ ਵੀ ਪ੍ਰਿੰਸੀਪਲ ਆਰਗੂਮੈਂਟ ਨਹੀਂ ਪੁੱਛਿਆ ਗਿਆ ਬੇਟਾ, ਪ੍ਰਿੰਸੀਪਲ ਆਰਗੂਮੈਂਟ ਪੁੱਛਿਆ ਹੁੰਦਾ ਤੇ ਉਹ -2 ਪਾਈ ਬਾय 3 ਹੀ ਸੀ, ਪਰ ਉਹਨੇ ਪ੍ਰਿੰਸੀਪਲ ਨਹੀਂ ਪੁੱਛਿਆ, ਨੇ ਆਰਗੂਮੈਂਟ ਪੁੱਛਿਆ। ਤੇ ਆਰਗੂਮੈਂਟ ਕਿੱਦਾਂ ਹੁੰਦਾ? ਆਰਗੂਮੈਂਟ ਆਫ z is equal to principal argument of z plus 2k pi which where k is an integer। तो ਪ੍ਰਿੰਸੀਪਲ ਆਰਗੂਮੈਂਟ ਦੇ ਵਿੱਚ ਕੀ ਹੋ ਸਕਦਾ ਹੈ? 2 ਪਾਈ ਦੇ ਜਿੰਨੇ ਮਰਜ਼ੀ ਮਲਟੀਪਲ ਐਡ ਕੀਤੇ ਹੋ ਸਕਦੇ ਨੇ ਔਰ ਸਬਟ੍ਰੈਕਟ ਵੀ ਕੀਤੇ ਹੋ ਸਕਦੇ ਨੇ। ਠੀਕ ਬੇਟਾ ਜੀ, ਹੋ ਗਿਆ ਆਨਸਰ ਵਾਲੇ? ਡਨ। ਚਲੋ ਜੀ। ਸਰ ਇਹ ਵਾਲੇ ਫਾਰਮੂਲਾਜ਼ ਕਿੱਥੋਂ ਪੜ੍ਹਨੇ ਆ? ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ। ਇਹ ਆਪਣੀ ਕਲਾਸ 'ਚ ਹੈਗੇ ਨੇ, ਤੁਸੀਂ ਵੇਖਿਆ ਨਹੀਂ ਅਜੇ? ਮਤਲਬ ਤੁਸੀਂ ਕੰਪਲੈਕਸ ਨੰਬਰ ਦੀ ਕਲਾਸਿਸ ਨਹੀਂ ਕੰਪਲੀਟ ਕੀਤੀਆਂ ਅਜੇ? ਸਰ ਉਹ ਅਪਲੋਡ ਹੋਈ ਹੈ ਨਹੀਂ ਮੇਰੇ ਹਿਸਾਬ ਨਾਲ। ਨਹੀਂ, ਕੰਪਲੈਕਸ ਨੰਬਰ ਦੀ ਦੋਨੋਂ ਹੋਈਆਂ ਨੇ। ਉਹ ਕੰਪਲੈਕਸ ਨੰਬਰ ਇੱਕ ਬਾਇਨੋਮੀਅਲ ਦੀ ਨਹੀਂ ਹੋਈ, ਇੱਕ ਸੈਟਸ ਦੀ ਦੂਜੀ ਨਹੀਂ ਹੋਈ। ਕੰਪਲੈਕਸ ਨੰਬਰ ਦੀਆਂ 2 ਕਲਾਸਿਸ ਨੇ, ਦੋਨੋਂ ਹੋਈਆਂ ਨੇ ਪੂਰੀਆਂ। ਠੀਕ ਸਰ, ਮੈਂ ਕੱਲ ਦੇਖ ਠੀਕ। ਲੂੰਗਾ। ਚੈੱਕ ਕਰਨਾ ਅਗਰ ਨਹੀਂ ਲੱਭੇਗੀ ਦੱਸਣਾ ਮੈਨੂੰ, ਠੀਕ ਹੈ? ਮੈਂ ਤੁਹਾਨੂੰ ਲੱਭਾ ਦਾਂ ਕਿੱਥੇ ਪਈ, ਕਈ ਵਾਰੀ ਉਹ ਲੱਭਦੀ ਨਹੀਂ ਚੀਜ਼ ਆਪਾਂ ਨੂੰ, ਪਈ ਹੈਗੀ ਆ ਉੱਥੇ। ਠੀਕ ਹੈ ਜੀ, ਚਲਿਏ ਅੱਗੇ। ਯੈਸ ਸਰ। ਚਲੋ ਅੱਛਾ, ਇਹ ਸਵਾਲ ਵੇਖੋ, ਕਹਿੰਦਾ ਮੋਡ z ਇਦਾਂ ਦਾ ਕੰਪਲੈਕਸ ਨੰਬਰ ਆ ਕਿ ਮੋਡ z ਇਕੁਅਲ ਟੂ 1 ਆ। ਮੋਡ z ਇਕੁਅਲ ਟੂ 1 ਮਤਲਬ ਹੁੰਦਾ ਹੈ, ਆਪਾਂ ਕਿਹਾ ਸੀ ਜਦੋਂ z ਮਾਈਨਸ a ਇਕੁਅਲ ਟੂ r ਹੋਵੇ ਦਾ ਮਤਲਬ ਕੀ ਹੁੰਦਾ? ਸਰਕਲ centered at a, ਇਹ ਕੰਪਲੈਕਸ ਨੰਬਰ ਆ ਵਿਦ ਰੇਡੀਅਸ r, ਵਿਦ ਰੇਡੀਅਸ r, ਹੈਨਾ? ਹੁਣ ਜਦੋਂ ਕੀ ਆਪਣੇ ਕੋਲ ਕੀ ਆ? ਮੋਡ z ਇਕੁਅਲ ਟੂ 1। ਮੋਡ z ਇਕੁਅਲ ਟੂ 1 ਮਤਲਬ ਮੋਡ z ਮਾਈਨਸ 0 ਇਕੁਅਲ ਟੂ 1 ਮਤਲਬ ਸਰਕਲ ਸੈਂਟਰਡ ਐਟ 0 ਤੇ ਰੇਡੀਅਸ 1। ਠੀਕ। ਪਰ ਇੱਥੇ ਤੱਕ ਆਪਾਂ ਜਾਣਾ ਹੀ ਨਹੀਂ, ਕੋਈ ਲੋੜ ਨਹੀਂ। ਕਹਿੰਦਾ z ਇਦਾਂ ਦਾ ਹੈ ਕਿ ਇਹਦਾ ਮੋਡ 1 ਆ ਤੇ w ਇਦਾਂ ਬਣਾਇਆ ਕਿ ਕਿਦਾਂ z ਮਾਈਨਸ 1 ਬਾय z ਪਲੱਸ 1। ਫਿਰ ਕਹਿੰਦਾ ਰੀਅਲ ਪਾਰਟ ਆਫ w ਕੀ ਹੋਊਗਾ, ਕਿ ਰੀਅਲ ਪਾਰਟ ਆਫ w ਕੀ ਹੋਊਗਾ, ਇਹ ਸਾਨੂੰ ਪੁੱਛਿਆ ਗਿਆ। ਅੱਛਾ ਦੇਖੋ ਫਿਰ ਕਰੀਏ ਸਟਾਰਟ। ਪਰ ਕਹਿੰਦਾ z ਇਦਾਂ ਦਾ ਹੈਗਾ ਤੇ ਮੋਡ 1 ਹੈ, ਪਰ -1 ਨਹੀਂ ਹੋ ਸਕਦਾ, ਬਿਕੋਜ਼ ਜੇ -1 ਹੋ ਗਿਆ ਆ ਟਰਮ ਨੇ 0 ਹੋ ਜਾਣਾ ਤੇ ਡਿਫਾਈਨਡ ਨਹੀਂ ਰਹਿਣੀ। ਚਲੋ ਜੀ ਦੇਖਦੇ ਫਿਰ ਕੀ ਹੈ। ਜੇ z -1 ਨਹੀਂ ਹੋ ਸਕਦਾ ਤੇ z ਜਿਹੜਾ ਹੈ ਉਹ ਆਇਓਟਾ ਤੇ ਹੋ ਸਕਦਾ, ਬਿਕੋਜ਼ ਆਇਓਟਾ ਦਾ ਮੋਡ ਕਿੰਨਾ ਹੈ? 1 ਹੈ। ਉਹਨੇ ਕਿਹਾ z ਇਦਾਂ ਦਾ ਮੋਡ 1 ਹੋਵੇ, ਜੇ ਮੈਂ z ਨੂੰ ਬੇਟਾ ਆਇਓਟਾ ਲੈ ਲਵਾਂ, ਆਹ ਵਾਲੀ ਕੰਡੀਸ਼ਨ ਸੈਟੀਸਫਾਈ ਹੋਗੀ ਨਾ? ਠੀਕ। ਫਿਰ w ਕੱਢ ਲਓ ਕਿੰਨਾ ਹੁੰਦਾ। w ਸਾਡੇ ਕੋਲ ਕਿੰਨਾ ਆ ਗਿਆ? ਆਇਓਟਾ -1 ਤੇ ਆਇਓਟਾ ਪਲੱਸ 1। ਇਹਨੂੰ ਕਰ ਲਓ, ਆਇਓਟਾ -1 ਨਾਲ ਮਲਟੀਪਲਾਈ, ਆਇਓਟਾ -1 ਨਾਲ ਡਿਵਾਈਡ, ਕਿੰਨਾ ਹੋ ਗਿਆ? ਉੱਪਰ ਹੋ ਗਿਆ ਆਇਓਟਾ -1 ਦਾ ਸਕੁਅਰ ਡਿਵਾਈਡਡ ਬਾਈ, ਫਿਰ ਕਿੰਨਾ ਹੋ ਗਿਆ? 1 ਸਕੁਅਰ ਪਲੱਸ 1 ਸਕੁਅਰ। ਆਇਓਟਾ -1 ਸਕੁਅਰ, ਆਇਓਟਾ ਸਕੁਅਰ -1 ਪਲੱਸ 1 ਸਕੁਅਰ ਤੇ -2 ਆਇਓਟਾ ਡਿਵਾਈਡਡ ਬਾਈ 1 ਪਲੱਸ 1 2। ਇਹ ਕੈਂਸਲ ਹੋ ਗਿਆ।
ਕਿੰਨਾ ਆਨਸਰ ਆ ਗਿਆ -2 ਆਇਓਟਾ ਬਾਈ 2। ਕਿੰਨਾ ਆ ਗਿਆ ਆਨਸਰ ਮਾਈਨਸ ਆਇਓਟਾ। ਇਹ ਸਾਡਾ W ਬਣਿਆ ਬੇਟਾ। ਉਹਨੇ ਪੁੱਛਿਆ W ਦਾ ਰੀਅਲ ਪਾਰਟ। ਇਹਦਾ ਰੀਅਲ ਪਾਰਟ ਬੇਟਾ ਕਿੰਨਾ? ਇਹਦਾ ਰੀਅਲ ਪਾਰਟ ਤੇ ਆਇਆ 0। 0 ਆਨਸਰ ਨਹੀਂ ਮਾਰਕ ਕਰਨਾ ਜੀ। ਸਾਨੂੰ ਇਹਨਾਂ ਪਤਾ ਲੱਗਾ ਕਿ -1 ਆਨਸਰ ਨਹੀਂ ਹੋ ਸਕਦਾ, 1 ਆਨਸਰ ਨਹੀਂ ਹੋ ਸਕਦਾ। ਜਾਂ ਤੇ 0 ਆਨਸਰ ਆ ਜਾਂ ਫਿਰ ਆਨਸਰ ਨਨ ਆਫ ਥੀਸ ਆ। ਇਹਨਾਂ ਸਾਨੂੰ ਲੱਗਾ ਪਤਾ ਸਿਰਫ ਜਾਂ ਆਨਸਰ 0 ਆ ਜਾਂ ਫਿਰ ਕੀ ਹੈ ਨਨ ਆਫ ਥੀਸ। ਇਹ ਠੀਕ ਬੇਟਾ? ਜਾਂ ਤੇ ਇੱਕ ਦੋ ਐਗਜ਼ਾਮਪਲ ਲੈ ਕੇ ਹੋਰ ਕਨਫਰਮ ਕਰ ਲਓ ਜਾਂ ਫਿਰ ਆਜੋ ਇਹਨੂੰ ਕਰੀਏ ਸਹੀ ਤਰੀਕੇ ਨਾਲ ਪੂਰਾ ਕਰਕੇ ਵੇਖੀਏ ਹੁਣ ਫਿਰ ਕੀ ਬਣਦਾ। ਅੱਛਾ ਦੇਖੋ ਜੀ, ਹੁਣ ਕਿਹਾ ਨੇ mod z equal to 1। ਸਾਨੂੰ ਪਤਾ ਜਦੋਂ ਵੀ ਆਪਾਂ ਕਿਹਾ ਸੀ ਜਦੋਂ ਵੀ mod z equal to 1 ਹੋਵੇ, ਆਪਾਂ ਕਿਹਾ ਜਦੋਂ ਵੀ ਬੇਟਾ mod z minus a equal to r ਹੋਵੇ ਤੇ z minus a ਕਾਦੇ ਬਰਾਬਰ ਹੁੰਦਾ ਹੈ r e raised to power iota theta ਦੇ, ਤੇ z ਕਾਦੇ ਬਰਾਬਰ ਆ ਜਾਂਦਾ a plus r e raised to power iota theta। ਆਪਾਂ ਕਲਾਸ 'ਚ ਕੀਤਾ ਸੀ। ਹੁਣ ਦੇਖੋ ਬੇਟਾ ਇੱਥੇ ਕੀ ਆ, ਸਾਨੂੰ ਕਿੰਨਾ ਗਿਵਨ ਹੈ mod z equal to 1। ਇਹਦਾ ਮਤਲਬ z ਕਾਦੇ ਬਰਾਬਰ ਹੈ e raised to power iota theta ਦੇ, ਬਿਕੋਜ਼ r ਦੀ ਵੈਲਿਊ ਤੇ 1 ਹੈ ਤੇ e raised to power iota theta ਕਿੰਨਾ ਹੁੰਦਾ ਹੈ cos theta plus iota sin theta। ਠੀਕ, ਇੱਥੇ ਪੁੱਟ ਕਰ ਲਓ w ਕਿੰਨਾ ਹੋ ਗਿਆ w is equal to cos theta plus iota sin theta minus 1 divided by cos theta plus iota sin theta plus 1। ਇਹ ਬੇਟਾ ਕਿੰਨਾ ਬਣ ਗਿਆ? ਇਹ ਬਣ ਗਿਆ cos theta minus 1 plus iota sin theta ਤੇ ਬਣ ਗਿਆ cos theta plus 1 ਤੇ plus iota sin theta। ਅੱਛਾ, ਇਹ cos theta minus 1 ਸਾਨੂੰ ਪਤਾ 1 minus cos theta ਕਿੰਨਾ ਹੁੰਦਾ ਹੈ? It is 2 sin square theta by 2। It is 2 sin square theta by 2। ਇੱਥੇ ਬਣ ਜਾਊਗਾ minus 2 sin square theta by 2। ਉਧਰ ਬਣ ਜਾਊਗਾ iota, ਇਹਨੂੰ ਲਿਖ ਲਈਏ 2 sin theta by 2 ਤੇ cos theta by 2 ਤੇ 1 plus cos theta ਕਿੰਨਾ ਹੋ ਗਿਆ 2 cos square theta by 2 ਤੇ plus iota 2 sin theta by 2 cos theta by 2। ਇੱਥੇ ਤੱਕ ਪਹੁੰਚ ਗਏ ਸਾਰੇ ਬੇਟਾ। ਹੁਣ ਉੱਪਰੋਂ ਬੇਟਾ ਕੀ ਕਾਮਨ ਨਿਕਲ ਰਿਹਾ? ਦੇਖੋ ਉੱਪਰੋਂ ਸਾਡੇ ਕੋਲ ਨਿਕਲਿਆ ਕਾਮਨ 2 sin theta by 2, ਨੀਚੇ ਨਿਕਲ ਰਿਹਾ ਕੀ ਕਾਮਨ 2 cos theta by 2। ਅੰਦਰ ਰਹਿ ਗਿਆ ਕੀ? ਦੇਖੋ ਅੰਦਰ ਸਾਡੇ ਕੋਲ ਰਹਿ ਗਿਆ sin theta by 2 plus iota cos theta by 2 divided by cos theta by 2 plus iota sin theta by 2। ਹੁਣ ਦੇਖੋ ਕਿੱਥੇ ਪਹੁੰਚ ਗਏ ਜ਼ਰਾ ਬੇਟਾ, ਉੱਪਰਲੀ ਚੀਜ਼ ਰੱਬ ਕਰਦੇ ਆ ਮੈਂ ਜਾਂ ਛੋਟੀ ਕਰਦਾ? ਮੈਨੂੰ ਜਗ੍ਹਾ ਚਾਹੀਦੀ ਮੈਨੂੰ। ਕੈਲਕੂਲੇਸ਼ਨ ਬੇਟਾ ਨਾਲ ਦੀ ਨਾਲ ਚੈੱਕ ਕਰਦੇ ਰਹਿਣਾ ਇੱਕ ਵਾਰ, ਕਿਤੇ ਗਲਤ ਕਰ ਸਕਦਾ ਮੈਂ। ਸਰ ਤੁਸੀਂ ਮਾਈਨਸ ਨਹੀਂ ਲਗਾਈ ਉੱਪਰ ਵਾਲੇ ਚ ਕਾਮਨ। ਕਿੱਥੇ ਵੇਲੇ ਚ ਬੇਟਾ? ਓਕੇ, ਇੱਥੇ ਨਹੀਂ ਲਗਾਇਆ ਨਾ। ਹਾਂ ਲੱਗ ਗਿਆ ਪਤਾ। ਠੀਕ ਹੈ ਜੀ, ਬਾਕੀ ਸਭ ਸਹੀ ਹੈ। ਚਲੋ ਹੁਣ ਕੁਝ ਨਹੀਂ ਕਰਨਾ, ਕਹਾਣੀ ਖਤਮ ਹੈ। ਇਹ ਤੇ ਬਣ ਗਿਆ 2 ਨਾਲ 2 ਕੈਂਸਲ tan theta by 2। ਇਹ ਬਣ ਗਿਆ ਮਾਈਨਸ sin theta by 2 plus iota cos theta by 2। ਨੀਚੇ ਕਿੰਨਾ cos theta by 2 plus iota sin theta by 2। ਇਹ ਤੱਕ ਪਹੁੰਚ ਗਏ ਸਾਰੇ। ਆਪਾਂ ਜਦੋਂ ਵੀ ਸਾਡੇ ਕੋਲ ਬੇਟਾ ਇਦਾਂ ਦਾ ਨੰਬਰ ਬਣਦਾ ਉੱਪਰ ਕੁਝ ਨੀਚੇ ਕੁਝ, ਆਪਾਂ ਡਿਨੋਮੀਨੇਟਰ ਨੂੰ ਰੀਅਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਦੋਂ ਹੀ ਇੱਥੇ ਕਰਨਾ ਇਹਨੂੰ cos theta by 2 minus iota sin theta by 2 ਨਾਲ ਮਲਟੀਪਲਾਈ ਕਰੋ ਤੇ cos theta by 2 minus iota sin theta by 2 ਨਾਲ ਡਿਵਾਈਡ ਕਰੋ। ਇਹ ਕਰਨ ਤੋਂ ਬਾਅਦ ਸਾਡੇ ਕੋਲ ਦੇਖੋ ਕੀ ਬਣ ਗਿਆ। ਇਹਨੂੰ ਕਰੋ ਜ਼ਰਾ, ਇਹ ਬਣ ਗਿਆ tan theta by 2 ਬੇਟਾ minus sin theta by 2 into cos theta by 2। ਠੀਕ, ਮਾਈਨਸ sin theta ਤੇ ਮਾਈਨਸ iota sin theta ਕਿੰਨਾ ਬਣ ਗਿਆ ਪਲੱਸ
आयोटा साइन थीटा बाय 2 स्क्वायर, ठीक। फिर आयोटा कॉस थीटा बाय 2 इंटू आयोटा कॉस थीटा बाय 2 माइनस आयोटा कॉस स्क्वायर थीटा बाय 2। फिर हो गया आयोटा ते माइनस आयोटा, कितना हो गया माइनस आयोटा स्क्वायर साइन थीटा बाय 2 ते कॉस थीटा बाय 2 डिवाइडेड बाय नीचे बेटा कितना बन गया, ये बन गया कॉस स्क्वायर थीटा बाय 2 प्लस आयो प्लस साइन स्क्वायर थीटा बाय 2। ये तो बेटा 1 नहीं बन गया नीचे दे, ऊपर ध्यान दियो ये टर्म कैंसिल होगी, ठीक, क्योंकि आयोटा स्क्वायर -1 बनना सी ਤੇ ਮਾਈਨਸ ਮਾਈਨਸ ਪਲੱਸ ਹੋ ਕੇ ਕੈਨਸਲ ਹੋ ਗਈ। ਉੱਪਰ ਸਿਰਫ ਬੇਟਾ ਆਇਓਟਾ ਵਾਲੀ ਟਰਮ ਬਚੀ ਆ, ਆਇਓਟਾ ਵਾਲੀ ਟਰਮ ਬਚੀ ਮਤਲਬ ਇਹ ਕੀ ਆ, ਸਿਰਫ ਕੀ ਆ ਪਿਓਰਲੀ ਇਮੇਜਿਨਰੀ, ਪਿਓਰਲੀ ਇਮੇਜਿਨਰੀ ਇਟ ਮੀਨਸ ਫਿਰ ਰੀਅਲ ਪਾਰਟ ਕਿੰਨਾ ਹੈ 0 ਤੇ ਰੀਅਲ ਪਾਰਟ ਕਿੰਨਾ ਹੋ ਗਿਆ 0। ਹੁਣ ਦੇਖੋ तो ऑप्शन ए इज द राइट आंसर, ठीक। जे तो बेटा ऑप्शन 4 नन ऑफ दीज ना ਹੁੰਦੀ ਫਿਰ ਆਪਾਂ ਇਹਨਾਂ ਕੋ ਚੈੱਕ ਨਹੀਂ ਕਰਨਾ, ਚੌਥੀ ਆਪਸ਼ਨ ਨੂੰ ਆਪਾਂ ਕੈਨਸਲ ਹੋ, ਇੱਕ ਆਪਸ਼ਨ ਆ ਸਾਡੇ ਕੋਲ ਬਚਣਾ ਹੈ ਸਾਡੇ ਕੋਲ, ਬਿਕੋਜ਼ ਫੋਰਥ ਆਪਸ਼ਨ ਨਨ ਆਫ ਥੀਸ ਸੀ ਸਾਨੂੰ ਚੈੱਕ ਕਰਨਾ ਪਿਆ। ਪਰ ਪੇਪਰ 'ਚ ਅਗਰ ਬੈਠੇ ਹੋ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਤਾਂ ਇਹ ਤੇ ਇੰਨਾ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਆ, ਆਨਸਰ ਆਪਸ਼ਨ ਏ ਮਾਰਕ ਕਰੋ ਅੱਗੇ ਚੱਲ ਪਾਓ। ਨੈਗੇਟਿਵ ਮਾਰਕਿੰਗ ਨਹੀਂ ਹੈਗੀ ਤਾਂ ਠੀਕ, ਬਿਕੋਜ਼ ਇੰਨਾ ਟਾਈਮ ਖਰਾਬ ਕਰੋਗੇ ਤਾਂ ਹੋਰ ਸਵਾਲ ਛੁੱਟ ਜਾਣਗੇ, ਠੀਕ ਹੈ ਜੀ। ਚਲਿਏ ਅੱਗੇ ਪੇਪਰ 'ਚ ਬੇਟਾ ਇਸੇ ਮੈਥਡ ਤੇ ਫੋਕਸ ਰੱਖਣਾ ਜੋ ਪਹਿਲਾਂ ਕੀਤਾ ਆਪਾਂ। ਡਨ ਬੇਟਾ ਜੀ, ਚਲੋ ਅੱਗੇ ਚਲੀਏ। ਕਹਿੰਦਾ the complex number sin x plus iota cos 2x and cos x minus iota sin 2x are conjugate of each other। ਕਹਿੰਦਾ ਕਿਹੜੀ x ਦੀ ਵੈਲਿਊ ਆਊਗੀ। ਦੇਖੋ ਜੀ ਕਹਿੰਦਾ ਆ ਨੰਬਰ ਜਿਹੜਾ ਨਾ ਇਹਦਾ ਕੰਜੂਗੇਟ ਹੈ, ਮਤਲਬ sin x plus iota cos 2x ਦਾ ਕੰਜੂਗੇਟ ਜਿਹੜਾ ਨਾ ਉਹ ਕਾਦੇ ਬਰਾਬਰ ਹੁੰਦਾ ਹੈ cos x minus cos x minus iota sin 2x ਦੇ ਬਰਾਬਰ ਹੁੰਦਾ ਹੈ, ਇਹ ਕਹਿੰਦਾ ਸਾਨੂੰ, ਠੀਕ। ਇਹਦਾ ਕੰਜੂਗੇਟ ਕਰਾਂਗੇ ਬੇਟਾ ਕਿੰਨਾ ਹੋ ਜਾਊਗਾ, ਇਹ ਹੋ ਜਾਊਗਾ sin x minus iota cos 2x ਬਣ ਜਾਏਗਾ cos x minus iota sin 2x, ਇਹ ਬਣਿਆ। ਰੀਅਲ ਪਾਰਟ ਤੇ ਇਮੇਜਿਨਰੀ ਪਾਰਟ ਦੇ ਇਕੁਏਟ ਕਰ ਲਓ, ਰੀਅਲ ਪਾਰਟ ਇਕੁਏਟ ਕਰਾਂਗੇ ਸਾਡੇ ਕੋਲ ਬਣ ਜਾਊਗਾ sin x is equal to cos x, ਠੀਕ। ਦੂਜਾ ਦੇਖੋ ਇਹਨੂੰ ਤੇ ਇਹਨੂੰ ਵੀ ਇਕੁਏਟ ਕਰੋ, cos 2x is equal to ਤੇ minus sin 2x। ਦੇਖੋ ਬੇਟਾ ਥਲਬ ਦਾ ਸੋਲੂਸ਼ਨ ਕੀ ਆਉਂਦਾ ਤੁਹਾਡੇ ਕੋਲ। ਹੁਣ ਦੇਖੋ ਆਪਸ਼ਨ ਜੇ ਆਪਾਂ 3 ਵੇਖੀਏ ਨਾ ਇਹ ਕਹਿੰਦੀ x equal to 0, ਬੇਟਾ ਇੱਥੇ x ਨੂੰ 0 ਪੁੱਟ ਕਰਕੇ ਦੇਖੋ ਜ਼ਰਾ, x ਨੂੰ 0 ਪੁੱਟ ਕਰਾਂਗੇ ਬਣ ਜਾਊਗਾ sin 0 is equal to cos 0। sin 0 ਤਾਂ 0 ਹੁੰਦਾ ਤੇ cos 0 1 ਹੁੰਦਾ, ਇਹਦਾ ਮਤਲਬ ਇਹ ਤੇ ਪੋਸੀਬਲ ਨਹੀਂ ਹੈ, ਤਾਂ ਆਪਸ਼ਨ ਸੀ ਤੇ ਕੈਨਸਲ ਹੋ ਗਈ, ਆਪਸ਼ਨ ਸੀ ਤੇ ਕੈਨਸਲ ਹੋ ਗਈ। ਦੂਜੀ ਕਹਿੰਦਾ x is equal to n ਪਾਈ, n ਨੂੰ ਜ਼ਰਾ 1 ਲੈ ਲਓ ਇੱਕ ਵਾਰ, ਤਾਂ x equal to ਪਾਈ ਬਣ ਗਿਆ। x ਨੂੰ ਪਾਈ ਪੁੱਟ ਕਰਕੇ ਵੇਖੋ ਇੱਥੇ ਕਿੰਨਾ ਬਣ ਗਿਆ, sin ਪਾਈ is equal to cos ਪਾਈ। sin ਪਾਈ 0 ਹੁੰਦਾ ਹੈ, cos ਪਾਈ -1 ਹੁੰਦਾ, ਫਿਰ ਬਰਾਬਰ ਨਹੀਂ ਆਇਆ, ਇਟ ਮੀਨਸ ਇਹ ਵੀ ਆਪਸ਼ਨ ਕੈਨਸਲ ਹੋ ਗਈ। ਥਰਡ ਆਪਸ਼ਨ ਵੇਖੋ, ਸੈਕੰਡ ਆਪਸ਼ਨ ਸੌਰੀ ਸੈਕੰਡ ਨਾ n ਬੇਟਾ ਉਹਨੇ ਇੰਟੀਜਰ ਕਿਹਾ ਇੱਥੇ, ਵੈਸੇ ਉਹਨੇ ਕਿਹਾ ਨਹੀਂ ਹੈ, ਆਪਾਂ n ਨੂੰ 0 ਪੁੱਟ ਕਰਕੇ ਵੇਖ ਲੈਨੇ ਇੱਕ ਵਾਰ, ਉਹਨੇ ਇੰਟੀਜਰ ਹੋਣਾ ਚਾਹੀਦਾ ਬਿਕੋਜ਼ ਉਹਨੇ ਕੁਝ ਮੈਂਸ਼ਨ ਨਹੀਂ ਕੀਤਾ ਉਹਦੇ ਵਿੱਚ। ਤੇ ਫਿਰ ਕਿੰਨਾ ਬਣ ਜਾਊਗਾ x ਇਕੁਅਲ ਟੂ ਇੱਥੋਂ π/2 ਬਣੂਗਾ, ਇੱਥੋਂ x ਇਕੁਅਲ ਟੂ π/2 ਪੁੱਟ ਕਰਕੇ ਵੇਖ ਲਓ, x ਇਕੁਅਲ ਟੂ π/2 ਪੁੱਟ ਕਰੋ, sin π/2 1 cos π/2 0 ਸੈਟੀਸਫਾਈ ਫਿਰ ਨਹੀਂ ਕੀਤੇ, ਇਟ ਮੀਨਸ ਇਹ ਵੀ ਆਨਸਰ ਨਹੀਂ ਬਣ ਸਕਦਾ, ਸੋ ਆਪਸ਼ਨ ਡੀ ਬਣਦੀ ਹੈ ਸਿਰਫ, ਠੀਕ ਬੇਟਾ ਡਨ। ਹੋ ਗਿਆ ਚਲੋ, तो ਇਹ ਸੀਗਾ ਆਪਣਾ ਬੈਕਲੌਗ ਦਾ ਪੇਪਰ 1 2 3 ਨੰਬਰ ਦਾ ਪੇਪਰ, ਪਰ ਪਿਛਲੇ ਨਾਲੋਂ ਔਖਾ, ਠੀਕ ਔਖੇ ਨਹੀਂ ਪਰ ਸਵਾਲ ਥੋੜੇ ਜਿਹੇ ਸੋਚਣ ਵਾਲੇ ਸੀਗੇ। 3 ਨੰਬਰ ਦਾ ਪੇਪਰ। ਨੈਕਸਟ ਚੱਲੀਏ ਜੀ ਆਪਾਂ 2021 ਦਾ ਇੱਕ ਹੋਰ ਪੇਪਰ ਹੋਇਆ ਸੀਗਾ, ਇਹ ਸਵਾਲ ਆਪਾਂ ਕਲਾਸ 'ਚ ਵੀ ਕੀਤਾ ਸੀ, ਇਹਦਾ ਸਕੁਅਰ ਰੂਟ ਪੁੱਛਿਆ, ਫਿਰ ਬੇਟਾ ਮੈਂ ਕਹਿੰਦਾ ਸਕੁਅਰ ਰੂਟ ਪੁੱਛਿਆ ਹੋਵੇ ਕੁਝ ਨਾ ਕਰਿਆ ਕਰੋ, ਕੀ ਕਰਨਾ ਹੈ ਸਕੁਅਰ ਕਰ ਦੋ। ਇਹ ਬੇਟਾ ਫੋਰਥ ਆਪਸ਼ਨ ਨਹੀਂ ਪਈ ਇੱਥੇ, ਠੀਕ ਲਿਖਣ 'ਚ ਗਲਤੀ ਹੋ ਗਈ, ਇਹ ਫੋਰਥ ਆਪਸ਼ਨ ਹੈ, ਕੁਝ ਨਹੀਂ ਕਰਨਾ ਆਪਸ਼ਨ ਚੁੱਕੋ ਉਹਦਾ ਸਕੁਅਰ ਕਰੋ। ਪਹਿਲੀ ਆਪਸ਼ਨ ਕੀ ਹੈ ਜੀ √6 +
√6 प्लस √8 ਆਇਓਟਾ। ਇਹਦਾ ਕਰੋ ਜ਼ਰਾ ਸਕੇਅਰ। √6 ਦਾ ਸਕੇਅਰ प्लस √8 ਆਇਓਟਾ ਦਾ ਸਕੁਅਰ प्लस 2 टाइम्स √6 ਤੇ √8 ਆਇਓਟਾ। √6 ਦਾ 6 ਹੋ ਗਿਆ, ਇਹ ਹੋ ਗਿਆ 8 ਆਇਓਟਾ ਸਕੁਅਰ ਬਟਾ ਜੀ -1, ਠੀਕ, प्लस ਇਹ ਬਣ ਗਿਆ 2, ਠੀਕ, ਹਾਂ ਇਹ ਹੋ ਗਿਆ √48 ਆਇਓਟਾ। बेटा 6 - 8 ਦਾ -2 ਆ ਰਿਹਾ ਇੱਥੇ ਰੀਅਲ ਪਾਰਟ, ਪਰ ਸਾਨੂੰ ਰੀਅਲ ਪਾਰਟ 6 ਚਾਹੀਦਾ, ਇਹਦਾ ਆਨਸਰ ਨਹੀਂ ਬਣਨ ਲੱਗਾ, ਠੀਕ। ਫਿਰ ਆਪਸ਼ਨ ਇਹ ਚੈੱਕ ਕਰ ਲਓ, ਇਹਦਾ ਕਰਕੇ ਵੇਖੋ √8 ਇਹ ਤਾਂ ਨਹੀਂ ਬਣ ਰਿਹਾ ਨਾ, √8 प्लस √2 ਆਇਓਟਾ, ਇਹਦਾ ਸਕੇਅਰ ਕਰਕੇ ਵੇਖੋ 8 √8 ਦਾ ਸਕੇਅਰ 8, √2 ਆਇਓਟਾ ਦਾ ਸਕੇਅਰ ਬੇਟਾ -2 प्लस 2 टाइम्स √8 √2 ਆਇਓਟਾ। 8 - 2 6, 2 ये हो गया, अंदर हो गया 16 आयोटा। 6 + 2 √16 बेटा 4 आयोटा आ गया। 6 + 8 आयोटा देखो जी, तो इट मींस ऑप्शन बी इज द राइट आंसर। ठीक है जी, डन बेटा। हाँ जी सर। इदां दे सवाल हमेशा इदां ही करने हैं। अच्छा कहता 3 ਕੰਪਲੈਕਸ ਨੰਬਰ ਨੇ, ਇੱਕ 1 ਇੱਕ -1 ਤੇ ਇੱਕ ਮਾਈਨਸ ਆਇਓਟਾ √3। ਕਹਿੰਦਾ ਟ੍ਰਾਇੰਗਲ ਬਣਾਉਂਦੇ, ਵੇਖੋ ਕਿਹੜੀ ਟ੍ਰਾਇੰਗਲ ਬਣਦੀ। ਚਲੋ ਪਹਿਲਾਂ ਡਰਾ ਕਰਕੇ ਵੇਖੀ ਸਿੰਪਲ ਜਿਹਾ ਇੱਕ ਵਾਰੀ ਨੂੰ। x ਤੇ 1 ਇਹ ਪੁਆਇੰਟ ਬਣੇਗਾ ਕੁਝ ਨਾ ਕੁਝ, y ਤੇ ਦੂਜਾ -1 ਸਾਡਾ ਇਹ ਵਾਲਾ ਬਣੇਗਾ ਕੁਝ ਨਾ ਕੁਝ, ਤੇ ਮਾਈਨਸ ਆਇਓਟਾ √3 ਮਤਲਬ ਇਮੇਜਿਨਰੀ ਐਕਸਿਸ ਤੇ ਇੱਥੇ ਬਣਨਾ ਕੁਝ। ਦੇਖੋ ਮਾਈਨਸ ਆਇਓਟਾ √3 ਇਹ ਬਣ ਰਹੀ, ਦੇਖੋ ਕਹਿੰਦਾ ਰਾਈਟ ਐਂਗਲ। ਦੇਖੋ ਬੇਟਾ 3 ਐਂਗਲ ਬਣ ਰਹੇ, ਕੋਈ ਵੀ ਰਾਈਟ ਐਂਗਲ ਥੋੜੀ ਬਣ ਰਿਹਾ, ਨਾ ਤਾਂ ਇਹ 90 ਆ, ਨਾ ਇਹ 90 ਆ, ਤੇ ਨਾ ਇਹ 90 ਆ, ਇਹ ਤੇ ਗਲਤ ਹੋ ਗਈ। ਇਕੁਇਲੇਟਰਲ ਤਾਂ ਨਹੀਂ ਹੈਗੀ, ਵੇਖੋ ਧਿਆਨ ਨਾਲ ਬੇਟਾ, ਇਹਨਾਂ ਦੋਵਾਂ ਦਾ ਡਿਸਟੈਂਸ ਕਿੰਨਾ ਹੈ 2 ਯੂਨਿਟਸ। ਇਹਨਾਂ ਦੋਵਾਂ ਦਾ ਡਿਸਟੈਂਸ ਵੇਖ ਲਓ ਕਿੰਨਾ ਹੈ ਬੇਟਾ, ਜਿਹਦਾ ਮਰਜ਼ੀ ਵੇਖ ਲਓ, 1 ਦਾ ਤੇ ਮਾਈਨਸ ਆਇਓਟਾ √3 ਦਾ ਡਿਸਟੈਂਸ ਵੇਖ ਲਓ ਕਿੰਨਾ ਹੈ। ਆਪਾਂ ਕਹੇ ਬੇਟਾ ਦੋ ਕੰਪਲੈਕਸ ਨੰਬਰ Z1 ਤੇ Z2 ਦਾ ਡਿਸਟੈਂਸ ਵੇਖਣਾ ਹੋਵੇ ਤਾਂ ਕੀ ਤਰੀਕਾ ਹੈ, ਮੋਡ Z1 - Z2, ਠੀਕ। तो देख लो बेटा mod 1 - आयोटा √3 कितना हो गया 1 स्केयर प्लस √3 ਦਾ ਸਕੇਅਰ, ਦੇਖੋ ਬਣ ਸਕਦਾ ਸ਼ਾਇਦ ਇਹ ਆ ਗਿਆ, ਇਹ ਕਿੰਨਾ ਹੋ ਗਿਆ ਬੇਟਾ, ਮਾਈਕ ਪਲੀਜ਼ ਬੰਦ ਰੱਖੋ। 1 + 3 ਇਹ ਬਣ ਗਿਆ √4 ਤੇ ਕਿੰਨਾ ਆ ਗਿਆ 2, ਇਹ ਵੀ 2 ਆ ਗਿਆ, ਵੇਖੋ ਇਹ ਵੀ 2 ਆ ਜਾਣਾ, ਸਾਰੇ ਬਰਾਬਰ ਆ ਗਏ ਤੇ ਕੀ ਬਣ ਗਈ ਇਕੁਇਲੇਟਰਲ ਟ੍ਰਾਇੰਗਲ। ਠੀਕ, डन बेटा, हो गया सब दा। हाँ जी सर। चलो अगे चलिए, क्वेश्चन नंबर 14th ਦਾ ਇਹਦਾ ਮੋਡੂਲਸ ਦੱਸੋ ਮੈਨੂੰ ਕੀ ਹੈ ਜੀ। ਮੋਡੂਲਸ ਇਸ ਵਾਲਾ ਥਿੰਗ ਪਹਿਲਾਂ ਵੀ ਆਇਆ ਨਾ ਪੇਪਰ 'ਚ, ਮੋਡੂਲਸ ਦੇ ਨਾਲ ਐਂਪਲੀਟਿਊਡ ਦੋਵੇਂ ਪੁੱਛੇ ਆ। ਚਲੋ ਜੀ ਦੇਖਦੇ ਹਾਂ। तो 1 + 2 आयोटा डिवाइडेड बाय 1, देखो 1 माइनस आयोटा ਦਾ ਸਕੇਅਰ 1 ਸਕੇਅਰ प्लस आयोटा ਸਕੇਅਰ ਤੇ -2 आयोटा, ठीक है बन गया 1 + 2 आयोटा ਤੇ डिवाइडेड बाय 1 + 2 आयोटा। ਇਹ ਤਾਂ ਬਣ ਗਿਆ 1 + 0 आयोटा बन गया, कितना बन गया 1 + 0 आयोटा। तो मॉड बेटा कितना था, मॉड ते 1 है, तो ऑप्शन बी कैंसिल होगी, ऑप्शन डी कैंसिल होगी। मॉड 1 है, एम्पलीट्यूड कढ़ना है, एम्पलीट्यूड बेटा देखो एक ही है, इथे लाई करन दिया, इथे लाई करता है, इधर एंगल कितना है, एंगल इज 0 डिग्री, तो ऑप्शन सी आंसर बन रहा है। नहीं इदा करना, तुम डायरैक्टली कर सकते हो, थीटा कट लो, थीटा का फॉर्मूला tan इनवर्स mod y by x 0/1 कितना हो गया, इट इज 0, तभी आ जाएगा। ठीक, इजी बेटा जी। चलो नेक्स्ट, ए इनइक्वालिटी की रिप्रेजेंट करती है, मैं वही क्या सब देख लिया कितने नंबर ਦਾ 1 2 3 2021 ਵਿੱਚ ਵੀ 3 ਨੰਬਰ ਦਾ ਪੇਪਰ ਆਇਆ ਕੰਪਲੈਕਸ ਨੰਬਰ ਚੋਂ 3 ਮਾਰਕਸ।
ਕੰਪਲੈਕਸ ਚੋਂ ਕਿੰਨਾ ਆਇਆ ਜੀ 3 ਨੰਬਰ ਦਾ ਪੇਪਰ ਆਇਆ। ਅੱਗੇ ਵੇਖੀਏ, ਚਲੋ ਇਹ ਇਨਇਕੁਐਲਿਟੀ ਕਹਿੰਦਾ ਕੀ ਰਿਪਰੈਜ਼ੈਂਟ ਕਰਦੀ ਹੈ। ਮੈਂ ਕਿਹਾ ਜਦੋਂ ਵੀ ਇਦਾਂ ਵੇ ਸਕੁਅਰਿੰਗ ਕਰਦਿਆ ਕਰੋ ਪਹਿਲੀ ਗੱਲ ਤੇ mod z minus 4 square less than mod z minus 2 square। ਠੀਕ, ਦੂਜੀ ਗੱਲ z ਨੂੰ ਕੀ ਪੁੱਟ ਕਰ ਦਿਆ ਕਰੋ x plus iota y ਪੁੱਟ ਕਰ ਦਿਆ ਕਰੋ। ਇਹ ਗੱਲ ਆਪਾਂ ਕਰ ਚੁੱਕੇ ਹਾਂ ਬਾਰ-ਬਾਰ। ਕਿੰਨਾ ਬਣ ਗਿਆ x plus iota y minus 4 mod square less than x plus iota y minus 2 mod square। ਇਹ ਬਣ ਗਿਆ x minus 4 plus iota y ਦੇ mod ਦਾ ਸਕੇਅਰ ਲੈਸ ਦੈਨ x minus 2 ਸਕੇਅਰ plus iota y ਦਾ mod ਦਾ ਸਕੇਅਰ। ਇਹ ਬਣ ਗਿਆ x minus 4 ਸਕੇਅਰ plus y ਸਕੇਅਰ x minus 2 ਸਕੇਅਰ plus y ਸਕੇਅਰ। y ਸਕੇਅਰ ਨਾਲ y ਸਕੇਅਰ ਕੈਂਸਲ, ਇਧਰੋਂ ਖੋਲੋ ਜ਼ਰਾ। x ਸਕੇਅਰ minus 8x plus 16 less than x ਸਕੇਅਰ minus 4x plus 4। ਇਹ ਕੈਂਸਲ ਹੋ ਗਿਆ ਜੀ। ਸਾਡੇ ਕੋਲ ਬਚ ਗਿਆ ਕਿ ਇੱਧਰ ਆ ਜਾਓ 8x minus 4x ਤੇ 16 minus 4। ਕੈਲਕੂਲੇਸ਼ਨ ਚੈੱਕ ਕਰ ਲੈਣਾ। ਚਲੋ 16 minus 4 12 greater than 8x minus 4x 4x x greater than 3 ਬਣ ਰਿਹਾ ਇੱਥੇ ਮੇਰਾ। ਕੈਲਕੂਲੇਸ਼ਨ ਚੈੱਕ ਕਰਨਾ ਇੱਕ ਵਾਰ। ਓਕੇ ਜੀ, x minus 4 plus iota y ਤੇ x minus 2 plus iota y ਤੇ ਸਕੇਅਰ ਨਹੀਂ ਹੋਣਾ। ਠੀਕ, x minus 4 whole square plus y square less than x minus 2 whole square plus y square। y square ਨਾਲ y square cancel। a square 2ab plus b square less than a square। ਇਹ ਤਾਂ ਠੀਕ ਹੈ। 8x minus 4x 16 minus 4 12। ਇਹੀ ਬਣ ਰਿਹਾ ਆਨਸਰ ਬੇਟਾ। ਉਸਦਾ ਆਪਸ਼ਨ 'ਚ ਕੋਈ ਗਲਤੀ ਹੋਵੇ। x ਕੀ ਹੁੰਦਾ ਬੇਟਾ ਰੀਅਲ ਪਾਰਟ, ਉੱਤੇ ਕਿੰਨਾ ਹੈ ਰੀਅਲ ਪਾਰਟ ਆਫ z greater than 3। ਜਾਂ ਲਿਖਣ 'ਚ ਗਲਤੀ ਹੋ ਗਈ ਕੋਈ ਜਾਂ ਕੈਲਕੂਲੇਸ਼ਨ ਮਿਸਟੇਕ ਹੋ ਸਕਦੀ, ਵੇਖ ਲੈਣਾ ਇੱਕ ਵਾਰ। ਬਾਕੀ ਠੀਕ ਹੈ ਬੇਟਾ, ਕੈਲਕੂਲੇਸ਼ਨ ਚੈੱਕ ਕਰ ਲਓ। ਹੋ ਗਿਆ ਬੇਟਾ? ਹਾਂਜੀ ਸਰ, ਕੈਲਕੂਲੇਸ਼ਨ ਠੀਕ। ਹਾਂ, तो ਰੀਅਲ ਪਾਰਟ z ਦੈਨ ਜਾਂ ਤਾਂ ਮੇਰੇ ਆਪਸ਼ਨ ਲਿਖਣ 'ਚ ਸ਼ਾਇਦ ਕਿਤੇ ਗਲਤੀ ਹੋ ਗਈ, ਕਿਤੇ ਨਾ ਕਿਤੇ ਵੇਖ ਲਾਂਗੇ। ਚਲੋ ਜੀ, ਇੱਕ 41 61 ਵਾਲਾ ਬੇਟਾ ਪੇਪਰ ਹੈ ਜੋ ਲਾਸਟ ਭਰਤੀ ਹੋਈ ਹੈ, ਇਹ 4161 ਵਾਲਾ। ਉਹ ਤੋਂ ਪਹਿਲਾਂ ਵਾਲਾ 3704 ਵਾਲਾ ਸੀਗਾ। ਅੱਛਾ, ਇਸ ਵਾਰ ਨਾ ਵੇਖਣ ਨੂੰ ਬੜਾ ਦੈਂਤ ਲੱਗਣ ਡਿਆ ਪਰ ਕੁਝ ਨਹੀਂ ਹੈਗਾ। ਕੱਲ ਆਪਾਂ ਕਿਹਾ ਜਦੋਂ ਆਪਾਂ ਆਹ ਵਾਲੀ ਕੁਐਸਚਨ ਸੋਲਵ ਕੀਤੀ ਸੀ ਨਾ x ਕਿਊਬ ਇਕੁਅਲ ਟੂ 1, ਇਹ 'ਚ ਆਪਾਂ ਕੀਤਾ ਸੀ x minus 1 x ਸਕੁਅਰ plus x plus 1 equal to 0। ਆਪਾਂ ਕਹੇ ਤਾਂ ਦੋ ਇਕੁਏਸ਼ਨ ਬਣ ਜਾਂਦੀ ਹੈ, ਇੱਕ ਬਣਦੀ x minus 1 equal to 0, ਇੱਕ ਬਣਦੀ ਹੈ x ਸਕੁਅਰ plus x plus 1 equal to 0। ਦੇਖੋ ਬੇਟਾ, ਇੱਥੋਂ x ਦੀ ਵੈਲਿਊ 1 ਆਈ ਸੀ, ਇੱਥੋਂ x ਦੀਆਂ ਦੋ ਵੈਲਿਊਜ਼ ਆਈਆਂ ਸੀ, ਇੱਕ ਆਈ ਸੀ ਓਮੇਗਾ, ਇੱਕ ਆਈ ਸੀ ਓਮੇਗਾ ਸਕੁਅਰ। ਇਹੀ ਸੀ ਨਾ ਆਪਣੇ ਕੋਲ। ਦੇਖੋ ਆਹ ਵਾਲੀ ਇਕੁਏਸ਼ਨ 'ਚ ਤੇ ਆਹ ਵਾਲੀ ਇਕੁਏਸ਼ਨ 'ਚ ਕੋਈ ਫਰਕ ਹੈਗਾ? ਕੋਈ ਨਹੀਂ, ਬਸ x ਦੀ ਹਾਂ z ਲਿਖਿਆ ਹੋਇਆ ਤਾਂ ਕੋਈ ਫਰਕ ਨਹੀਂ। ਇਟ ਮੀਨਸ ਇੱਥੋਂ ਜਿਹੜੀ z ਦੀ ਵੈਲਿਊ ਆਉਣੀ ਆ ਉਹੀ ਆਉਣੀ, ਜਾਂ ਓਮੇਗਾ ਜਾਂ ਓਮੇਗਾ ਸਕੁਅਰ। ਇਟ ਮੀਨ z ਕੁਝ ਨਹੀਂ ਆ, z ਇਜ਼ ਈਦਰ ਓਮੇਗਾ ਔਰ ਓਮੇਗਾ ਸਕੁਅਰ। ਆਪਾਂ ਓਮੇਗਾ ਲੈ ਕੇ ਚੱਲ ਪੈਂਦੇ ਹਾਂ। ਠੀਕ, ਇੱਥੇ ਆ ਜਾਓ ਜ਼ਰਾ, ਵੈਲਿਊ ਪੁੱਟ ਕਰੋ ਓਮੇਗਾ ਪਲੱਸ 1 ਬਾਈ ਓਮੇਗਾ ਦਾ ਸਕੁਅਰ, ਓਮੇਗਾ ਸਕੁਅਰ प्लस 1 बाई ओमेगा स्क्वायर द स्क्वायर, ये आपका दिल लगा मैं, प्लस ओमेगा क्यूब प्लस 1 बाई ओमेगा क्यूब, फिर ਉਹਦਾ स्क्वायर भी ओमेगा दी पावर 4 प्लस 1 बाई ओमेगा दी पावर 4, ओमेगा दी पावर 5 प्लस 1 बाई ओमेगा दी पावर 5 ਦਾ स्क्वायर ਤੇ ओमेगा दी पावर 6 ਤੇ ਪਲੱਸ 1 ਬਾਈ ਓਮੇਗਾ ਦੀ ਪਾਵਰ 6 ਦਾ ਸਕੁਅਰ। ਦੇਖੋ ਜੀ, ਆਪਾਂ ਨੂੰ ਬਹੁਤ ਕੁਝ ਪਤਾ ਹੈ। ਆਪਾਂ ਨੂੰ ਪਤਾ ਹੈ ਕਿ ਓਮੇਗਾ ਦੀ ਪਾਵਰ 3 ਜਿਹੜੀ ਹੁੰਦੀ ਨਾ, ਇਹ 1 ਹੀ ਹੁੰਦੀ ਆ। ਓਮੇਗਾ ਦੀ ਪਾਵਰ 4 ਕਰਾਂਗੇ ਤਾਂ ਓਮੇਗਾ ਹੀ ਆ ਜਾਣਾ, ਓਮੇਗਾ ਦੀ ਪਾਵਰ 5 ਕਰਾਂਗੇ ਤਾਂ ਓਮੇਗਾ ਸਕੁਅਰ ਆ ਜਾਣਾ। ਇਹ ਸਾਨੂੰ ਪਤਾ ਹੀ ਹੈ ਨਾ, ਕੀਤਾ ਆਪਾਂ ਕਲਾਸ 'ਚ।
ਇਹਨੂੰ ਰਹਿਣ ਦੋ ਹੀ ਓਮੇਗਾ ਪਲੱਸ 1 ਬਾਈ ਓਮੇਗਾ ਦਾ ਸਕੁਅਰ ਓਮੇਗਾ ਸਕੁਅਰ ਹੈ ਨਾ ਇਹਨੂੰ ਵੀ ਰਹਿਣ ਦੋ ਜ਼ਰਾ ਫਿਲਹਾਲ ਰਹਿਣ ਦੋ ਦਾ ਸਕੁਅਰ ਓਮੇਗਾ ਕਿਊਬ 1 ਬੇਟਾ ਤੇ 1 ਬਾਈ ਓਮੇਗਾ ਕਿਊਬ ਵੀ 1 1 ਪਲੱਸ 1 ਕਿੰਨਾ ਹੋਗਾ 2 2 ਦਾ ਸਕੁਅਰ ਆ ਗਿਆ 4 ਇੱਥੇ ਦੇਖੋ ਜ਼ਰਾ ਓਮੇਗਾ ਦੀ ਪਾਵਰ 4 ਤੇ ਓਮੇਗਾ ਹੀ ਹੁੰਦੀ ਹੈ ਕਿੰਨਾ ਆ ਗਿਆ ਓਮੇਗਾ ਪਲੱਸ 1 ਬਾਈ ਓਮੇਗਾ ਦਾ ਸਕੁਅਰ ਇੱਥੇ ਬੇਟਾ ਦੇਖੋ ਕਿੰਨਾ ਆ ਗਿਆ ਇੱਥੇ ਆ ਗਿਆ ਓਮੇਗਾ ਸਕੁਅਰ ਪਲੱਸ 1 ਬਾਈ ਓਮੇਗਾ ਦਾ ਸਕੁਅਰ ਇੰਨਾ ਹੀ ਆ ਗਿਆ ਓਮੇਗਾ ਦੀ ਪਾਵਰ 6 ਵੀ ਬੇਟਾ ਕਿੰਨੀ ਹੋ ਜਾਣੀ 1 ਹੀ ਹੋ ਜਾਣੀ ਜੇ ਓਮੇਗਾ ਕਿਊਬ 1 ਆ ਓਮੇਗਾ ਦੀ ਪਾਵਰ 6 ਵੀ 1 ਹੈ ਤੇ ਕਿੰਨਾ ਹੋ ਗਿਆ 1 1 2 2 ਦਾ ਸਕੁਅਰ 4 ਤੋਂ ਕੁਝ ਕੁ ਚੀਜ਼ਾਂ ਕਲੀਅਰ ਹੋਈਆਂ ਆ ਟਰਮ ਤੇ ਸੇਮ ਹੈ ਦੇਖੋ ਕਿੰਨਾ ਬਣ ਗਿਆ 2 ਟਾਈਮਸ ਓਮੇਗਾ ਪਲੱਸ ਓਮੇਗਾ ਦੀ ਪਾਵਰ 2 ਫਿਰ ਆ ਟਰਮ ਵੀ ਸੇਮ ਹੈ 2 ਟਾਈਮਸ ਓਮੇਗਾ ਸਕੁਅਰ ਪਲੱਸ 1 ਬਾਈ ਓਮੇਗਾ ਸਕੁਅਰ ਦਾ ਸਕੁਅਰ 4 ਤੇ 4 ਕਿੰਨਾ ਹੋ ਗਿਆ 8 ਦੇਖੋ ਇੱਥੇ ਬੇਟਾ ਆ ਜਿਹੜਾ ਓਮੇਗਾ ਨਾ ਇਹਨੂੰ ਓਮੇਗਾ ਸਕੁਅਰ ਨਾਲ ਮਲਟੀਪਲਾਈ ਕਰੋ ਓਮੇਗਾ ਸਕੁਅਰ ਨਾਲ ਡਿਵਾਈਡ ਵੀ ਕਰੋ ਥੱਲੇ ਓਮੇਗਾ ਕਿਊਬ ਬਣ ਗਿਆ ਓਮੇਗਾ ਕਿਊਬ ਤੇ ਕਿੰਨਾ ਹੁੰਦਾ 1 ਉੱਪਰ ਬਣ ਗਿਆ ਇਕੱਲਾ ਓਮੇਗਾ ਸਕੁਅਰ ਇੱਧਰ ਵੀ ਇਦਾਂ ਹੀ ਕਰੋ ਇੱਧਰ ਇਹਨੂੰ ਓਮੇਗਾ ਨਾਲ ਮਲਟੀਪਲਾਈ ਕਰੋ ਓਮੇਗਾ ਨਾਲ ਡਿਵਾਈਡ ਕਰੋ ਨੀਚੇ ਬਣ ਗਿਆ ਓਮੇਗਾ ਕਿਊਬ ਤੇ ਓਮੇਗਾ ਕਿਊਬ ਹੁੰਦਾ 1 ਇਹ ਵੀ ਕਿੰਨਾ ਬਣ ਗਿਆ ਓਮੇਗਾ ਤੇ ਪਲੱਸ 8 ਦੇਖੋ ਆ ਦੋਵੇਂ ਟਰਮਾਂ ਫਿਰ ਸੇਮ ਬਣ ਗਈਆਂ ਤੇ ਕਿੰਨਾ ਬਣ ਗਿਆ 4 ਟਾਈਮਸ ਓਮੇਗਾ ਪਲੱਸ ਓਮੇਗਾ ਦਾ ਸਕੁਅਰ ਉਹਦਾ ਸਕੁਅਰ ਤੇ ਪਲੱਸ 8 ਅੱਛਾ 1 ਪਲੱਸ ਓਮੇਗਾ ਸਕੁਅਰ ਕਿੰਨਾ ਹੁੰਦਾ ਇਹ 0 ਹੁੰਦਾ ਹੈ ਓਮੇਗਾ ਪਲੱਸ ਓਮੇਗਾ ਸਕੁਅਰ ਕਿੰਨਾ ਹੋ ਗਿਆ ਫਿਰ ਇਹ ਹੋ ਗਿਆ -1 ਇੱਥੇ ਪੁੱਟ ਕਰ ਲਓ -1 ਦਾ ਸਕੁਅਰ ਪਲੱਸ 8 -1 ਦਾ ਸਕੁਅਰ 1 4 ਪਲੱਸ 8 ਕਿੰਨਾ ਆਨਸਰ ਆ ਗਿਆ 12 ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਹੋ ਗਿਆ ਬੇਟਾ ਹਾਂਜੀ ਸਰ ਇੱਥੇ ਕਿਤੇ ਕਨਫਿਊਜ਼ਨ ਆ ਤੁਸੀਂ ਪੁੱਛ ਲਓ ਇੱਕ ਵਾਰ ਠੀਕ ਹੈ ਨਹੀਂ ਫੇਰ ਚੱਲਦੇ ਆਪਾਂ ਅੱਗੇ ਚਲਿਏ ਅੱਗੇ ਆਈ ਥਿੰਕ ਸੌਖਾ ਹੀ ਹੈ ਸਵਾਲ ਨੈਕਸਟ ਅੱਛਾ ਇਹ ਤੇ ਹੁੰਦੀ ਬਾਅਦ ਡਾਇਗਰਾਮ ਬਣਾਉਣੀ ਪੈਣੀ ਹੁੰਦੀ ਇੱਥੇ ਵੀ ਆਪਾਂ which of the following is equal to -1 ਦਾ ਕਿਊਬ ਰੂਟ ਸਾਨੂੰ 1 ਦਾ ਕਿਊਬ ਰੂਟ ਸਾਨੂੰ ਪਤਾ ਕੀ ਹੁੰਦੇ ਆ ਇਹ ਹੁੰਦੇ 1 ਇਹ ਹੁੰਦੇ ਓਮੇਗਾ ਇੱਕ ਹੁੰਦਾ ਹੈ ਓਮੇਗਾ ਸਕੁਅਰ ਉਹਨੇ -1 ਦਾ ਕਿਊਬ ਰੂਟ ਪੁੱਛਿਆ ਕੀ ਹੈ ਬੇਟਾ ਪਹਿਲੀ ਗੱਲ ਤੇ ਜੇ ਨਹੀਂ ਕੁਝ ਲੱਗਦਾ ਪਤਾ ਅੱਗੇ ਸਾਨੂੰ ਜਿਵੇਂ ਪਿਛਲੇ ਸਵਾਲਾਂ 'ਚ ਸਕੁਅਰ ਰੂਟ ਪੁੱਛਿਆ ਹੁੰਦਾ ਸੀ ਆਪਾਂ ਆਪਸ਼ਨ ਦਾ ਸਕੁਅਰ ਕਰਕੇ ਵੇਖ ਲੈਨੇ ਹਾਂ ਹੁਣ ਕੀ ਪੁੱਛਿਆ ਕਿਊਬ ਰੂਟ ਪੁੱਛਿਆ ਆਪਸ਼ਨ ਦਾ ਕਿਊਬ ਕਰਕੇ ਵੇਖ ਲਓ ਠੀਕ ਹੈ ਜੀ ਇਦਾਂ ਵੀ ਕਰ ਸਕਦੇ ਇਦਾਂ ਨਾ ਆਪਾਂ ਜਿਹਦਾ ਆਨਸਰ -1 ਆ ਗਿਆ ਉਹ ਆਨਸਰ ਸਾਡਾ ਪਹਿਲੀ ਗੱਲ ਤੇ ਦੂਜੀ ਗੱਲ ਮੰਨ ਲਓ ਸਾਨੂੰ ਨਹੀਂ ਪਤਾ ਕੀ ਆਨਸਰ ਆਉਂਦਾ ਹੈ ਮੰਨ ਲਓ z ਦੇ ਬਰਾਬਰ ਆ ਰਿਹਾ ਆਨਸਰ ठीक दोनों साइड क्यूबिंग कर दो तो z क्यूब इक्वल टू कितना हो गया -1 दोनों साइड -1 ना मल्टीप्लाई कर दो कितना हो गया -z क्यूब इक्वल टू 1 ਇਹਨੂੰ ਬੇਟਾ ਮੈਂ ਇਦਾਂ ਲਿਖ ਸਕਦਾ ਕਿ ਮਾਈਨਸ ਦਾ z ਕਿਊਬ ਇਕੁਅਲ ਟੂ 1 ਬਿਕੋਜ਼ ਉੱਪਰ ਕਿਊਬ ਹੀ ਆ ਤੇ -z ਨੂੰ ਕੁਝ ਨਾ ਪੁੱਟ ਕਰੋ w ਪੁੱਟ ਕਰ ਲਓ w ਨਾ ਕਰੀਏ ਆਪਾਂ ਕੁਝ ਹੋਰ ਲਿਖ ਲਈਏ ਚਲੋ y ਲਿਖ ਲੈਨੇ ਤੇ ਕਿੰਨਾ ਬਣ ਗਿਆ y ਕਿਊਬ ਇਕੁਅਲ ਟੂ 1 y ਕਿਊਬ ਇਕੁਅਲ ਟੂ 1 ਦਾ ਕੀ ਮਤਲਬ ਹੋ ਗਿਆ y ਕੀ ਆ y ਇਜ਼ ਕਿਊਬ ਰੂਟ ਆਫ ਯੂਨਿਟੀ y is what y is cube root of unity तो फिर y कितना होगा या ते y 1 होगा या y ओमेगा होगा ते या y की होगा ओमेगा स्क्वायर होगा ते y का दे बराबर -z दे इथे पुट कर लो तो -z इक्वल टू 1 ते z इक्वल टू -1 बेटा ਇਹ ਵਾਲੀ ਆਪਸ਼ਨ ਤਾਂ ਨਹੀਂ ਹੈਗੀ ਵਿੱਚ ਇਹਨੂੰ ਨਹੀਂ ਲੈਣਾ ਫਿਰ ਆਪਾਂ ਇਹਨੂੰ ਵੇਖ ਲਓ ਫਿਰ y equal to omega it means -z is equal to omega ਤੇ z is equal to -omega omega ਦੀ ਵੈਲਿਊ ਸਾਨੂੰ ਪਤਾ ਹੈ omega ਕਿੰਨਾ ਹੁੰਦਾ ਹੈ -1 plus iota root 3 by 2 ਬੇਟਾ -1 iota root 3 ਲਿਖੋ ਜਾਂ ਆਪਾਂ ਇਦਾਂ ਲਿਖ ਲਈਏ root -3 ਕੋਈ ਗੱਲ ਹੈ तो लिख लो जी -1 plus root -3 by 2 अंदर देख लो कर लो मल्टीप्लाई करना बन गया 1 माइनस रूट -3 by 2 ये ऑप्शन है
ਠੀਕ, ਚਲੋ ਚੈੱਕ ਕਰਦੇ ਹਾਂ। ਆਹ ਵਾਲੀ ਆਪਸ਼ਨ ਤਾਂ ਨਹੀਂ ਬਣੀ ਹਨਾ, ਵਿੱਚ ਸਾਨੂੰ ਪਲੱਸ ਹੈ, ਸਾਨੂੰ ਮਾਈਨਸ ਚਾਹੀਦਾ ਹੈ। ਬੇਟਾ ਆਹ ਨੀਚੇ ਵੇਖੋ, ਨੀਚੇ ਨਾ ਉਹਨੇ -4 ਦਾ ਪਾਇਆ ਕੁਝ ਹੋਰ, ਥੋੜਾ ਟਰਮ ਚੇਂਜ ਕੀਤੀ ਇਹਨੇ। ਇਹ ਕੀ ਆ, -√3 ਤੇ ਮਾਈਨਸ, ਇਹਨੂੰ ਇਦਾਂ ਲਿਖ, ਚਲੋ ਆਪਾਂ ਸੋਲਵ ਕਰਦੇ ਹਾਂ। -√3 ਇਹ ਬੇਟਾ ਬੇਸਿਕਲੀ ਕੀ ਆਇਓਟਾ ਹੈ, ਤੇ ਡਿਵਾਈਡਡ ਬਾਏ ਇਹ ਕਿੰਨਾ ਬੇਟਾ, ਇਹ ਹੈਗਾ 2 ਆਇਓਟਾ। ਠੀਕ, ਇਹ ਦੇਖੋ ਬੇਟਾ ਆ ਵੀ ਕੁਝ ਨਹੀਂ, ਇਹ ਆਇਓਟਾ √3 ਆ। ਠੀਕ, ਉਹਨੇ ਆਇਓਟਾ ਖਤਮ ਕੀਤਾ, ਵੇਖੋ ਨੀਚੇ ਨੇ ਆਇਓਟਾ ਖਤਮ ਕੀਤਾ, ਤਾਂ ਆਇਓਟਾ ਨਾਲ ਮਲਟੀਪਲਾਈ ਕਰ ਲਓ, ਕਿਉਂਕਿ ਆਪਣਾ ਆਨਸਰ ਚ ਆਇਓਟਾ ਨਹੀਂ ਆ ਰਿਹਾ, ਉਹਨੇ ਆਇਓਟਾ ਫਾਲਤੂ ਇੰਟਰੋਡਿਊਸ ਕੀਤਾ ਕਿਤੇ। ਆਇਓਟਾ ਨਾਲ ਮਲਟੀਪਲਾਈ ਕਰਦਾ, ਆਇਓਟਾ ਨਾਲ ਕਰ ਦਿਓ ਡਿਵਾਈਡ ਕਰ ਦਿਓ, ਕਿੰਨਾ ਹੋ ਗਿਆ, ਆਇਓਟਾ ਅੰਦਰ ਮਲਟੀਪਲਾਈ ਕਿੰਨਾ ਹੋ ਗਿਆ, √3 ਆਇਓਟਾ ਹੋ ਗਿਆ, ਤੇ ਆਇਓਟਾ ਇਹਨਾਂ ਮਲਟੀਪਲਾਈ ਕਿੰਨਾ ਹੋ ਗਿਆ, ਮਾਈਨਸ ਆਇਓਟਾ ਸਕੁਅਰ ਕਿੰਨਾ ਹੋ ਗਿਆ, +1 ਡਿਵਾਈਡਡ ਬਾय 2 ਆਇਓਟਾ ਸਕੁਅਰ ਦੀ ਵੈਲਿਊ ਕਿੰਨੀ ਹੈਗੀ, -1। ਇਹਨਾਂ ਇਹ ਕੈਂਸਲ ਹੋ ਗਿਆ, तो आ गया 1 + आयोटा √3/2। तो साडा कितना सी, साडा 1 - √3 सी। पर इन्हां आ ऑप्शन अपनी वैसे कैंसिल होगी, आ भी कैंसिल होगी, ये वैसे आंसर नहीं बनया, तो एक ऑप्शन बचती, ऑप्शन सी, ये आंसर बन जाएगा। ठीक, बस आंसर की मैनिपुलेशन करनी पैनी सी इत्थे, किहड़ा बन रहा इन्हां चों। ठीक बेटा, हो जाएगा कि रिपीट करा मैं? क्योंकि उन्हें डिनोमिनेटर विच ना एक बेसिकली 2 आयोटा ला के आंसर ਨੂੰ ਮੈਨੀਪੂਲੇਟ ਕੀਤਾ ਹੋਇਆ ਇਧਰ ਉਧਰ, ਬਸ ਉਹਨੂੰ ਆਪਣੇ ਆਨਸਰ ਨਾਲ ਮੈਚ ਕਰਾ ਕੇ ਵੇਖ ਲਓ, ਸਹੀ ਜਾਂ ਪੁੱਟ ਕਰਕੇ, ਬਸ ਇੰਨਾ ਕੰਮ ਹੈ, ਹੋਰ ਕੁਝ ਨਹੀਂ ਬੇਟਾ। ਹੋ ਗਿਆ ਹੈ ਸਰ ਆਪਸ਼ਨ ਰਿਪੀਟ ਕਰ ਦਿਓ ਇੱਕ ਵਾਰੀ ਦੁਬਾਰਾ, ਕਿਦਾਂ ਕੀਤਾ? ਓਕੇ, ਤੁਸੀਂ ਇਸ ਤੱਕ ਪਹੁੰਚ ਗਏ ਨਾ, ਤੁਸੀਂ ਇਸ ਤੱਕ ਸਾਰੇ ਪਹੁੰਚ ਗਏ ਕਿ ਸਾਡੀ ਜਿਹੜੀ z ਦੀ ਵੈਲਿਊ ਨਾ ਉਹ ਇੰਨੀ ਆ ਰਹੀ ਆ। ਹਾਂਜੀ ਠੀਕ, ਇੰਨੀ ਆ ਰਹੀ ਹੈ। ਹੁਣ ਦੇਖੋ ਤੁਸੀਂ ਆਪਸ਼ਨ ਜੋ ਇੱਥੋਂ ਮੈਚ ਕਰਾ ਕੇ ਵੇਖ ਲਓ, ਇਹ ਕੀ ਹੋ ਸਕਦਾ ਹੈ, ਇਹ ਬੇਸਿਕਲੀ ਕੀ ਬੇਟਾ, √3 + आयोटा/2, ਪਰ ਸਾਡਾ ਆਨਸਰ ਤੇ ਇੰਨਾ ਕਿੰਨਾ ਆਇਆ, 1 - आयोटा √3/2 ਆਇਆ ਸਾਡਾ, ਹੈਨਾ। ਤੇ ਜਾਂ ਫਿਰ ਮੰਨ ਲਓ ਆਪਾਂ ਜੇ ਦੂਜੀ z ਆ ਵੀ ਮੰਨ ਸਕਦੇ ਸੀ ਆਪਾਂ, -z = ਓਮੇਗਾ ਸਕੁਅਰ, ਤੇ z = -ਓਮੇਗਾ ਸਕੁਅਰ। ਓਮੇਗਾ ਸਕੁਅਰ ਦੀ ਵੈਲਿਊ ਸਾਨੂੰ ਪਤਾ ਹੈ, ਇਟ ਇਜ਼ -1 - आयोटा √3/2। ਇਹ ਵੀ ਵੇਖ ਲੈਂਦੇ ਆਪਸ਼ਨ ਆਪਾਂ, तो 1 + आयोटा √3/2 ਆਉਂਦੀ ਆਪਸ਼ਨ ਸਾਡੀ, ਜਾਂ ਇਹ ਆਨਸਰ ਹੋਣਾ ਚਾਹੀਦਾ ਹੈ, ਜਾਂ ਇਹ ਆਨਸਰ ਬਣ ਜਾਣਾ ਚਾਹੀਦਾ ਹੈ। ਦੇਖੋ ਇਹ ਤਾਂ ਨਹੀਂ ਬਣਿਆ ਨਾ, ਇਹ ਕੈਂਸਲ ਹੋ ਗਿਆ, ਤੇ ਬਣਿਆ ਸਾਡਾ ਬੇਟਾ ਆਨਸਰ ਇਹ ਵੀ ਨਹੀਂ ਸੀ ਨਾ, ਇਹ ਤੇ ਬੇਸਿਕਲੀ ਕੀ ਆ, ਇਹ ਬੇਸਿਕਲੀ ਹੈਗਾ ਮਾਈਨਸ ਆਇਓਟਾ, ਇਹ ਵੀ ਆਨਸਰ ਨਹੀਂ ਬਣਿਆ ਸਾਡਾ, तो ये दोनों कैंसिल हो गए। तो ये दो ऑप्शंस रह गई साडियां चेक करने वाले। ऑप्शन सेकंड चेक करके देखते हैं की बेसिकली ऑप्शन सेकंड हैगी -√3 ਤੇ ਮਾਈਨਸ ਆਇਓਟਾ ਡਿਵਾਈਡਡ ਬਾय ਆਇਓਟਾ 2 ਆਇਓਟਾ, ਇਦਾਂ ਨਾ 2 ਆਇਓਟਾ। ਮੈਂ ਇਹਨਾਂ ਨੂੰ ਸਹੀ ਕਰਕੇ ਵੇਖੀ, ਆਪਾਂ ਆਇਓਟਾ ਡਿਨੋਮੀਨੇਟਰ ਤੋਂ ਖਤਮ ਕਰਕੇ ਵੇਖੀ, ਆਇਓਟਾ ਨਾਲ ਮਲਟੀਪਲਾਈ ਕਰ ਦਿਓ ਤੇ ਆਇਓਟਾ ਨਾਲ ਕਰ ਦਿਓ ਡਿਵਾਈਡ। ਇਹ ਕਿੰਨਾ ਬਣ ਗਿਆ, -√3 ਆਇਓਟਾ ਤੇ ਮਾਈਨਸ ਆਇਓਟਾ ਸਕੁਅਰ ਡਿਵਾਈਡਡ ਬਾय 2 ਆਇਓਟਾ ਸਕੁਅਰ, -√3 ਆਇਓਟਾ, ਆਇਓਟਾ ਸਕੁਅਰ ਦੀ ਵੈਲਿਊ -1 ਤੇ ਕਿੰਨਾ ਹੋ ਗਿਆ, +1 ਡਿਵਾਈਡਡ ਬਾय ਆਇਓਟਾ ਸਕੁਅਰ ਦੀ ਵੈਲਿਊ -1। तो -1 ਨੂੰ ਅਗਰ ਆਪਾਂ ਖਤਮ ਕਰਾਂਗੇ, ਆ ਮਾਈਨਸ ਬਾਹਰ ਹੈ ਨਾ, ਕਈ ਮਾਈਨਸ ਬਾਹਰ ਹੈਗਾ, ਸਾਡਾ ਨਹੀਂ, ਆਪਾਂ ਅੰਦਰ ਹੀ ਰੱਖਿਆ ਸਾਰਾ, ਆਪਾਂ ਅੰਦਰ ਹੀ ਲੈ ਲਿਆ ਸੀ। तो ਕਿੰਨਾ ਹੋ ਗਿਆ, √3 ਆਇਓਟਾ -1 ਡਿਵਾਈਡਡ ਬਾय 2। ਇਹ ਵੀ ਆਨਸਰ ਨਹੀਂ ਬਣਿਆ, ਨਾ ਇਹ ਬਣਿਆ ਨਾ ਇਹ ਬਣਿਆ, ਇਟ ਮੀਨਸ ਇਹ ਵੀ ਕੈਂਸਲ ਹੋ ਗਿਆ, ਇੱਕੋ ਬਚੀ ਫਿਰ ਆਪਸ਼ਨ 3, ਇਹਨੂੰ ਚੈੱਕ ਕਰਨ ਦੀ ਲੋੜ ਨਹੀਂ ਹੁਣ। ਠੀਕ ਹੈ ਜੀ, ਹਾਂਜੀ ਚਲੋ ਕੁਐਸਚਨ ਨੰਬਰ 19। ਆਹ ਸਵਾਲ ਸਾਡੀ ਅਸਾਈਨਮੈਂਟ ਦਾ ਸੀਗਾ, ਜਿਹੜੀ ਅਸੀਂ ਪੇਪਰ ਤੋਂ ਪਹਿਲਾਂ ਬਣਾਈ ਸੀ, ਔਰ ਡਿਟੋ ਸਵਾਲ ਪੇਪਰ 'ਚ ਆਇਆ। ਉਹਨੇ ਕੀ ਕਿਹਾ, ਕਹਿੰਦਾ ਐਂਪਲੀਟਿਊਡ ਆਫ z -2 - 3 ਆਇਓਟਾ ਇਜ਼ π/4। ਠੀਕ, ਕਹਿੰਦਾ ਇਹਦਾ ਐਂਪਲੀਟਿਊਡ ਇੰਨਾ, ਤਾਂ ਕਹਿੰਦਾ ਇਹਦਾ ਲੋਕਸ ਲੱਭੋ, ਮਤਲਬ ਬੇਸਿਕਲੀ ਲੱਭਣਾ ਕਿ z ਕਿਸ ਕਰਵ ਦੇ ਉੱਪਰ ਫਿਰ ਰਿਹਾ ਹੈ। ਤੋ ਬੇਸਿਕਲੀ ਆਪਾਂ ਲੱਭਣਾ z ਕਿਸ ਕੰਡੀਸ਼ਨ ਨੂੰ ਸੈਟੀਸਫਾਈ ਕਰਦਾ ਹੈ।
ਮੈਂ ਕਿਹਾ ਜਦੋਂ ਕੁਝ ਨਾ ਪਤਾ ਲੱਗਿਆ ਆਪਾਂ ਹਮੇਸ਼ਾ ਪਹਿਲਾਂ ਗੱਲ ਕੀਤੀ z ਨੂੰ x iota y ਕਰਕੇ ਨਾ ਕਾਰਟੀਜ਼ੀਅਨਸ ਲੈ ਕੇ ਜਾਓ, ਆਪੇ ਬਣ ਜਾਏਗਾ ਸਵਾਲ। ਕਹਿੰਦਾ ਇਹ ਕਿੰਨਾ ਬਣ ਜਾਊਗਾ x iota y -2 ਤੇ -3 iota। ਇਹ ਬਣ ਗਿਆ x -2 ਤੇ ਪਲੱਸ iota y -3। ਕਹਿੰਦਾ ਆ ਜਿਹੜਾ ਕੰਪਲੈਕਸ ਨੰਬਰ ਜਿਹਨੂੰ ਆਪਾਂ ਆ ਲਿਖਿਆ ਇਹਦਾ ਕਹਿੰਦਾ ਐਂਪਲੀਟਿਊਡ ਕਿੰਨਾ π/4। ਇਟ ਮੀਨਸ ਐਂਪਲੀਟਿਊਡ ਮਤਲਬ tan ਇਨਵਰਸ y -3 by x -2 is equal to π/4। ਇਹਦਾ ਮਤਲਬ ਇਹ ਐਂਪਲੀਟਿਊਡ ਇਦਾਂ ਕੱਢਦੇ ਆਪਾਂ। ਸੋ ਇਟ ਮੀਨਸ y -3 by x -2 is equal to tan π/4। tan π/4 equal to 1 ਹੋ ਗਿਆ। तो आ गया साढ़े को y -3 is equal to x -2। ठीक, तो y ले जाओ उधर x माइनस y प्लस 3 -2 इक्वल टू 0 कितना बन गया x -1 y प्लस 1 इक्वल टू 0। x -y प्लस 1 इक्वल टू 0 ऑप्शन डी इज द राइट आंसर। ठीक है जी, हो गया बेटा। बहुत सौखा सवाल सी, बहुता कुछ करने वाला नहीं सी। चलो अगेन यही सवाल है, तुम आपे करो। हुण 3-4 बार सेम सवाल आप कर चुके हैं। ऑप्शन चो देखो बेटा करके इसके, देखो कि की आंसर बनता। मैंने दसो सारे की ਤੁਹਾਡਾ बन रहा आंसर। स्क्वायर रूट नहीं कढ़ना, ऑप्शन का स्क्वायर करना है आप। सर ऑप्शन बी 2। बाकी भी करो चेक बेटा। हो गया बेटा। ऑप्शन ए का स्क्वायर करके देख लो। 2 प्लस √3 आयोटा का स्क्वायर ए स्क्वायर प्लस बी स्क्वायर प्लस 2ab। ये भी नहीं बने है ना। फिर 4 माइनस √3 आयोटा का स्क्वायर करके देखो बेटा। तो इतने माइनस आ रहा है ना, इतने पक्का माइनस आना होंगे वैसे तो, बिकॉज a माइनस बी होल्स की यूनिटी लगेगी -2ab ता ही बनूंगा, अदरवाइज बनना ही नहीं। ਉੱਥੇ ਕਹਾਣੀ ਲੱਗ ਜਾਂਦੀ ਪਤਾ ਕਿ ਨਾ ਇਹਨੇ बनना ना इन्हें बनना ना इन्हें बनना, एक बचती ऑप्शन बी। तो a स्क्वायर 16 प्लस b स्क्वायर -3 -2ab 16 - 3 13 ਤੇ -8 √3 आयोटा। ऑप्शन बी राइट आंसर। ठीक, एक सिंपल जी पछाण रखनी, जे इत्थे माइनस ते बेटा इत्थे विचकार माइनस होना है, जिथे प्लस होंदा ते विचकार प्लस वाली ऑप्शन चेक करनी पैनी, सानू नेगेटिव वाली चेक करने की लोड़ ही नहीं। ठीक, चलो एक सवाल रह गया साडा ये वाला। कहना फॉर ऑल द कंपलेक्स नंबर्स z1 एंड z2। कहना z1 इदां दा है कि ਉਹਨੂੰ ਸੈਟੀਸਫਾਈ ਕਰਦੇ ਆ, मतलब इदां दा है कि z mod z1 इज इक्वल टू 12 है ਤੇ mod z2 -3 प्लस 4 आयोटा ਜਿਹੜਾ इज इक्वल टू 5 है। फाइंड मिनिमम वैल्यू ऑफ z1 - z2। अच्छा, ਇਹਦਾ मतलब ਕੀ बेटा z1 ਕਿੱਥੇ ਲਾਈ ਕਰਦਾ ਹੈ? z1 ਲਾਈਜ਼ ਔਨ ਅ ਸਰਕਲ ਆਫ ਰੇਡੀਅਸ 12 ਐਂਡ ਸੈਂਟਰਡ ਐਟ origin। मतलब ਇਦਾਂ ਇੱਥੇ ਲਾਈ ਕਰਦਾ ਸਾਡਾ।
ਇੱਕ ਮਿੰਟ ਬੇਟਾ। ਓਕੇ ਜੀ, ਧਿਆਨ ਨਾਲ ਵੇਖੋ। ਚਲੋ ਕੀ ਕਹਿੰਦਾ ਹੈ? ਕਿ ਇਹ ਬੇਟਾ ਕੀ ਹੈ? ਸਰਕਲ centered at origin and radius 12। ਠੀਕ, ਤੇ ਇਦਾਂ ਦਾ ਬਣ ਗਿਆ ਮੰਨ ਲਓ ਕੁਝ। ਥੋੜਾ ਧਿਆਨ ਨਾਲ ਦੇਖਣੀ ਪੈਣੀ ਫਿਗਰ ਬੇਟਾ, ਫਿਰ ਹੋਏਗਾ ਸਵਾਲ ਹੀ। ਚਲੋ ਇਹ ਕੀ ਹੈ ਬੇਟਾ? ਸਰਕਲ ਕਿੱਥੇ ਸੈਂਟਰਡ ਹੈ? 3 + 4 ਆਇਓਟਾ ਤੇ ਰੇਡੀਅਸ ਕਿੰਨਾ ਹੈ? 5। ਹੁਣ ਦੇਖੋ ਬੇਟਾ, ਜਿਹੜਾ 3 + 4 ਆਇਓਟਾ ਹੈ ਨਾ, ਇਹਦਾ ਤਾਂ ਡਿਸਟੈਂਸ ਕਿੰਨਾ ਹੁੰਦਾ ਹੈ ਓਰੀਜਨ ਤੋਂ? 5 ਯੂਨਿਟ ਹੀ ਹੁੰਦਾ ਹੈ। ਇਟ ਮੀਨਸ ਇਹ ਓਰੀਜਨ ਚ ਪਾਸ ਕਰਦਾ ਹੈ। ਯਾਰ ਇੱਥੇ ਬੇਟਾ ਤਾਂ ਦੇਖੋ, Z2 ਨੂੰ 0 ਪੁੱਟ ਕਰਕੇ ਵੇਖ ਲਓ। ਜੇ ਮੈਂ Z2 ਨੂੰ 0 ਪੁੱਟ ਕਰੂੰਗਾ ਨਾ, ਤੇ ਇੱਥੇ ਬਣ ਜਾਣਾ 0 - 3 + 4 ਆਇਓਟਾ ਇਜ਼ ਇਕੁਅਲ ਟੂ 5, ਹੈ ਨਾ? ਇਧਰ ਮੈਂ ਮੋਡ ਕੱਢਾਂਗੇ 5 = 5 ਆ ਜਾਣਾ। ਇਟ ਮੀਨਸ 0 ਸੈਟੀਸਫਾਈ ਕਰਦਾ ਇਹਨੂੰ। ਆਹ ਵਾਲਾ ਬਾਅਦ ਚ ਬਣਾਉਣੇ, ਰੁਕ ਜਾਓ। ਇਟ ਮੀਨਸ ਜਿਹੜਾ ਸਰਕਲ ਇਹ ਵਾਲਾ ਨਾ, ਇਹ ਕਿੱਥੋਂ ਪਾਸ ਕਰਦਾ? ਓਰੀਜਨ ਚ ਪਾਸ ਕਰਦਾ ਹੈ। ਤੋ x ਤੇ ਕਿੰਨਾ? 1 ਯੂਨਿਟ, 2 ਯੂਨਿਟ, 3 ਯੂਨਿਟ, ਸੌਰੀ 1 2 3, y ਤੇ 1 2 3 ਤੇ 4। ਇੱਥੇ ਬੇਟਾ ਦਾ ਸੈਂਟਰ ਹੋਣਾ ਕੁਝ। ਇਹ ਸਾਡਾ ਕੀ ਆ? 3 + 4 ਆਇਓਟਾ। ਠੀਕ, ਔਰ ਓਰੀਜਨ ਚ ਪਾਸ ਕਰਨਾ ਇਹਨੇ। ਇਦਾਂ ਦਾ ਬਣ ਜਾਊਗਾ ਕੁਝ। ਠੀਕ, ਦੂਜਾ ਸਾਡੇ ਕੋਲ ਬਣਨਾ ਬੇਟਾ ਜਿਹਦਾ ਰੇਡੀਅਸ ਕਿੰਨਾ? 12 ਤੇ ਸੈਂਟਰਡ ਐਟ ਓਰੀਜਨ ਹੈ। ਤੋ ਇੱਧਰ ਜਾਊਗਾ ਸਾਡਾ, ਸੌਰੀ, ਇਹ ਕਿੰਨਾ ਸੀ? 1 2 3 4 5 6 7 8 9 12। ਇਹ ਬੇਟਾ ਬਹੁਤ ਵੱਡਾ ਬਣੇਗਾ ਸਰਕਲ ਸਾਡੇ ਕੋਲ ਬੇਸਿਕਲੀ। ਠੀਕ, ਹੁਣ ਦੇਖੋ ਬੇਟਾ, Z1 ਇਸ ਸਰਕਲ ਤੇ ਲਾਈ ਕਰਦਾ ਹੈ ਤੇ Z2 ਇਸ ਸਰਕਲ ਤੇ ਲਾਈ ਕਰਦਾ ਹੈ। ਬੇਟਾ ਡਿਸਟੈਂਸ ਮਿਨੀਮਮ ਕਦੋਂ ਹੋ ਸਕਦਾ ਹੈ? ਡਾਇਗਰਾਮ ਦੇਖ ਕੇ ਲੱਗ ਰਿਹਾ ਪਤਾ ਕਦੋਂ ਡਿਸਟੈਂਸ ਮਿਨੀਮਮ ਹੋ ਸਕਦਾ ਹੈ? ਡਾਇਗਰਾਮ ਦੇਖ ਕੇ ਲੱਗ ਰਿਹਾ ਕਿ ਜਦੋਂ ਸਾਡਾ ਡਿਸਟੈਂਸ ਇੱਥੇ ਲਾਈ ਕਰੇਗਾ ਨਾ, ਇਹ ਮਿਨੀਮਮ ਹੋਣਾ ਸਾਡਾ, ਜਦੋਂ ਇਹ ਚੋਂ ਲਾਈਨ ਪਾਸ ਕਰੂਗੀ ਇਹਦੇ ਲੌਂਗ। ਠੀਕ, ਇਹ ਵਾਲਾ ਮਿਨੀਮਮ ਲੱਗਦਾ ਸਾਨੂੰ। ਕੱਢ ਸਕਦੇ ਹੋ? ਟਰਾਈ ਕਰਕੇ ਦੇਖੋ ਬੇਟਾ, ਮਿਨੀਮਮ ਡਿਸਟੈਂਸ ਤੁਹਾਨੂੰ ਕੀ ਲੱਗਦਾ ਹੈ? ਦੇਖੋ ਇੱਕ ਵਾਰ ਟਰਾਈ ਕਰੋ, ਫਿਰ ਮੈਂ ਕਰਦਾ। ਦੇਖੋ ਬੇਟਾ, ਮੈਨੂੰ ਇਹ ਦੱਸੋ ਬਸ ਤੁਸੀਂ, ਆਹ ਡਿਸਟੈਂਸ ਕਿੰਨਾ ਸਾਰਾ? ਆਹ ਵਾਲਾ ਦਿਸ ਇਜ਼ ਬੇਟਾ ਰੇਡੀਅਸ 5 ਆ। ਇਹ ਕੀ ਆ? ਇਹ ਡਾਇਆਮੀਟਰ ਹੈ ਕਿੰਨਾ? 10। ਤੇ ਆਹ ਵਾਲਾ ਸਾਰਾ ਕਿੰਨਾ ਹੈ ਬੇਟਾ? ਇਹ ਕੀ ਆ? ਵੱਡੇ ਸਰਕਲ ਦਾ ਰੇਡੀਅਸ। ਤੇ ਵੱਡੇ ਸਰਕਲ ਦਾ ਰੇਡੀਅਸ ਕਿੰਨਾ ਹੈ? 12। ਫਿਰ ਬੇਟਾ ਆਹ ਛੋਟਾ ਡਿਸਟੈਂਸ ਕਿੰਨਾ ਹੋਊਗਾ? ਆਹ ਵਾਲਾ 12 - 10 2। ਕਹਾਣੀ ਖਤਮ। ਠੀਕ, ਡਨ ਬੇਟਾ। ਹਾਂਜੀ ਸਰ। ਠੀਕ ਹੈ ਜੀ, ਚਲੋ ਹੋਰ ਦੱਸੋ ਬੇਟਾ, ਇਹਨਾਂ ਜਿਹੜੇ ਆਪਾਂ ਸਵਾਲ ਕੀਤੇ ਪ੍ਰੀਵੀਅਸ ਈਅਰਸ ਵਾਲੇ, ਇਹਨਾਂ 'ਚ ਕੋਈ ਡਾਊਟ ਹੈਗਾ ਤੁਹਾਡੇ ਕੋਲ?
ਚਲੋ ਜੀ ਫਿਰ ਤੋਂ 20 ਸਵਾਲ ਨੇ 5 ਸਾਲ ਦੇ ਪੇਪਰਾਂ ਚ ਆਏ ਹੋਏ ਲਾਸਟ ਵਿੱਚ ਕਿੰਨਾ 1 2 3 4 5 6 ਨੰਬਰ ਦਾ ਪੇਪਰ ਜਿਹੜਾ ਆਇਆ 2022 ਵਾਲੇ ਪੇਪਰ ਚ 6 ਮਾਰਕਸ ਠੀਕ ਹੈ ਜੀ ਕੰਪਲੈਕਸ ਨੰਬਰਸ ਚੋਂ ਔਰ ਮੋਸਟ ਈਜ਼ੀਐਸਟ ਟੌਪਿਕ ਹੈ ਬਹੁਤ ਸਕੋਰਿੰਗ ਟੌਪਿਕ ਹੈ ਜੀ ਇਹ ਬੇਟਾ ਇੱਥੇ ਦੇਖ ਲਓ ਕਿਸ ਦਾ ਕੋਈ ਡਾਊਟ ਹੈ ਅਗਰ ਨਹੀਂ ਤਾਂ ਫਿਰ ਆਪਾਂ ਕੱਲ ਦੀ ਕਲਾਸ 'ਚ ਮਿਲਦੇ ਹਾਂ ਡਨ एवरीवन ਓਕੇ ਆਈ ਥਿੰਕ no one has any doubt ਤਾਂ ਆਪਾਂ ਮਿਲਾਂਗੇ ਕੱਲ ਦੀ ਕਲਾਸ 'ਚ ਥੈਂਕ ਯੂ एवरीवन